साध संगत जियो, जिनके भाग बड़े हैं पाई, तिन साधु संग मुख जुरे। आप जी अत्यंत बड़ भागे हो, सतगुरां दी पवित्र पावन हजूरी विखे संध्या दे दीवाना दीयां हाजरियां भर के अपने मनुखा जीवन दीयां कीमती घड़ियां गुरु लेखे ला के सफलियां कर रहे हो। हर रोज़ शामां दे दीवान विच गुरु साहब जी सतवें पातशाह गुरु हराए साहब जी की कथा श्रवण करते हो। महाराज के समय औरंगजेब बादशाह ने हिंदुओं उत्ते जो जुल्म किए हैं, बादशाह बनया सी सन 1658 के नेड़े। उदों गुरु महाराज सतवें पातशाह जी गुरता गद्दी ते विराजमान सन और उस बादशाह ने बनदियां सार हिंदुओं उत्ते जो जुल्म ढाए, सब तो पहला मथुरा शहर तबाह किया। 5000 पुरातन मंदिर मथुरा के इलाके विच पिंडां शहरां दे विच बने हुए सन, क्योंकि वह कृष्ण जी की जन्म भूमि है। भगवान श्री कृष्ण जी महाराज के उपासक वक्रे वक्रे तरीक़िਆਂ नाल भगवान जी की उपासना करते हैं। मूर्तियां कोई राधा कृष्ण का मंदिर है, कोई कृष्ण ते रुक्मणी का मंदिर है, कोई द्वारका नाथ का मंदिर है। भगवान कृष्ण जी के जिन्ने भी नाम हैं उन्ने ही मंदिर हैं ते उन्हां दी पूजा दीयां पद्धतियां भी वख-वख हैं, परंतु ध्यान का केंद्र बिंदु श्री कृष्ण जी ही हैं। उस जगह ते जाके औरंगजेब ने वो सारे मंदिर ढा दिते, तैश नैश कर दिते। फिर उसने जयपुर दे विच जाके राजा जय सिंह दे इलाके विच तबाही मचाई, उतों दे मंदिर ढाए। फिर पुष्कर राज तीर्थ जिहड़ा हिंदुआं दे 68 तीर्थां विच एक विशेष तीर्थ है, राजस्थान दे विच अजमेर दे नाल, उत्थे जाके सरोवर भी पूਰਨ की कोशिश की ਅਤੇ ਮੰਦਰ भी ਢਾਏ। फिर काशी ਵੱਲ रुख किया है। जदों काशी के अंदर भैरों की लठ तोड़न लई तोप का गोला मारिया, ਉਹਦੇ ਵਿੱਚੋਂ ਅਣਗਿਣਤੀ ਭਰਿੰਡਾਂ ਦਾ ਦਲ ਨਿਕਲਿਆ। ਔਰੰਗਜ਼ੇਬ ਨੂੰ ਵੀ ਇਹ ਭਰਿੰਡਾਂ ਲੜੀਆਂ ਤੇ ਉਹਦੀ ਫੌਜ ਨੂੰ ਵੀ ਲੜੀਆਂ। ਇਹ ਕਥਾ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਹਾਂ। ਉੱਥੇ ਫਿਰ ਇਹਨਾਂ ਨੂੰ ਬੇਵਸੀ ਵਿੱਚ ਹੱਥ ਜੋੜਨੇ ਪਏ ਹਨ, ਉੱਥੋਂ ਇਹ ਬਚੇ ਹਨ। ਆਓ ਇਸ ਤੋਂ ਅਗਲੀ ਕਥਾ ਸ਼ੁਰੂ ਹੁੰਦੀ ਹੈ, ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਲਸ਼ਕਰ ਚੱਕਰ ਜੋਰ ਕੈ। ਕਹਿੰਦੇ ਜਦੋਂ ਸਾਰੇ ਲਸ਼ਕਰ ਨੇ ਵੇਖਿਆ ਵੀ ਇਹ ਭਰਿੰਡਾਂ ਸਾਡਾ ਖਹਿੜਾ ਨਹੀਂ ਛੱਡਦੀਆਂ, ਤੇ ਫਿਰ ਹੱਥ ਜੋੜ ਕੇ ਸਭ ਹੂੰ ਸੀਸ ਨਿਵਾਏ। ਸਾਰਿਆਂ ਨੇ ਸਿਰ ਝੁਕਾਇਆ ਹੈ। ਭੌਰ ਭਿਰੜ ਤਤਕਾਲ ਹੀ। ਉਸ ਵੇਲੇ ਸਾਰੇ ਭੌਰੇ ਤੇ ਭਰਿੰਡਾਂ ਗਏ ਆਕਾਸ਼ ਬਿਲਾਏ। ਆਕਾਸ਼ ਵੱਲ ਉੱਡ ਗਏ ਹਨ। ਚੌਪਈ ਨਿਆਜ ਸ਼ੀਰਣੀ ਸਭਨ ਚੜਾਏ। ਇਹਨਾਂ ਨੇ ਸਾਧ ਸੰਗਤ ਜੀ ਆਪਣੇ ਆਪਣੇ ਪੀਰਾਂ ਦੀਆਂ ਨਿਆਜ਼ ਤੇ ਸ਼ੀਰਣੀਆਂ ਸੁਖਣੀਆਂ ਅਜਮਤ ਕਹ ਦੇਖਤ ਪਤਿਆਏ। ਔਰ ਅਜਮਤ ਸ਼ਕਤੀ ਦੇਖ ਕੇ ਕਹਿਣ ਲੱਗੇ ਤਾਰੀਫ ਬਡੇਰੀ। ਤਾਰੀਫਾਂ ਕਰਨ ਲੱਗ ਪਏ ਹਨ। ਹੁਣ ਮਹਿਮਾ ਅਬ ਲੱਖ ਹੋ ਨਰ ਹੇਰੀ। ਲੱਖਾਂ ਲੋਕਾਂ ਨੇ ਇਹ ਮਹਿਮਾ ਵੇਖ ਲਈ। ਭੌਰ ਭਿਰੜ ਤੰਦਿਆ ਕਨੇ। ਬਹੁਤ ਸਾਰੇ ਭੌਰ ਭਰਿੰਡ ਤੰਦਈਏ ਆਏ ਸਨ। ਸਭ ਕੇ ਡਸਿਓ ਡੰਗ ਦੁਖ ਸਨੇ। ਸਾਰੀਆਂ ਫੌਜਾਂ ਨੂੰ, ਸਾਰਿਆਂ ਤੁਰਕਾਂ ਨੂੰ ਡੰਗ ਮਾਰੇ ਉਹਨਾਂ ਨੇ। ਲਸ਼ਕਰ ਮਹਿ ਪਾਇਓ ਬੜ ਰੌਰਾ। ਔਰ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਵਿੱਚ ਬੜਾ ਰੌਲਾ ਪੈ ਗਿਆ। ਫਿਰਤ ਉਡਤ ਜੇ ਤੱਕ ਦਲ ਠੌਰਾ। ਥਾਂ ਥਾਂ ਤੇ ਭਰਿੰਡਾਂ ਉਡਦੀਆਂ ਫਿਰਦੀਆਂ ਤੇ ਸਾਰਿਆਂ ਨੂੰ ਡੰਗਦੀਆਂ ਹਨ। ਜਬ ਕੀ ਨਿਆਜ ਸ਼ੀਰਣੀ ਦਈ। ਜਦੋਂ ਦੀ ਇਹਨਾਂ ਨੇ ਨਿਆਜ਼ ਸ਼ੀਰਣੀ ਦਿੱਤੀ ਹੈ, ਤਬ ਕੀ ਇਨਹੋ ਮੰਦ ਗਤ ਲਈ। ਉਦੋਂ ਤੋਂ ਫਿਰ ਇਹਨਾਂ ਦੀ ਹਾਲਤ ਜਿਹੜੀ ਆ ਕੁਝ ਸੁਧਰੀ ਹੈ। ਸਨੇ ਸਨੇ ਗਮਨੇ ਨਹਿ ਪਾਏ। ਕਹਿੰਦੇ ਹੌਲੇ ਹੌਲੇ ਸਾਰੀਆਂ ਭਰਿੰਡਾਂ ਉੱਡ ਗਈਆਂ। ਜਾਨੀ ਜਾਏ ਨ ਗੇ ਕਿਸ ਥਾਏ। ਪਤਾ ਨਹੀਂ ਕਿੱਥੋਂ ਆਏ ਸੀ ਤੇ ਕਿੱਥੇ। ਕਹਿੰਦੇ ਲੱਠ ਦੇ ਵਿੱਚ ਦੀ ਬਣੀ ਹੋਈ ਲੱਠ ਹੈ, ਭੈਰੋਂ ਦੀ ਲੱਠ, ਤੋਪ ਦੇ ਗੋਲੇ ਦੇ ਨਾਲ ਉਹਦੇ ਵਿੱਚੋਂ ਇਹ ਭਰਿੰਡਾਂ ਨਿਕਲੀਆਂ ਹਨ।
ਹੈਰਾਨੀ ਇਸ ਗੱਲ ਦੀ ਹੈ ਵੀ ਪੱਥਰ ਦੇ ਵਿੱਚ ਭਰਿੰਡਾਂ ਦਾ ਕੋਈ ਖੋਰ ਵੀ ਨਹੀਂ ਬਣਿਆ ਹੋਇਆ। ਭਰਿੰਡਾਂ ਕਿਸੇ ਨਾ ਕਿਸੇ ਖੋੜ ਵਿੱਚ ਰਹਿੰਦੀਆਂ, ਕੋਈ ਨਾ ਕੋਈ ਟਿਕਾਣਾ ਹੋਵੇ, ਪਰ ਉੱਥੇ ਦਿਸਦਾ ਨਹੀਂ ਹੈ ਕੋਈ ਐਸਾ ਟਿਕਾਣਾ। ਮਨੋਹ ਕਿਨਹੁ ਇਨ ਥੈਲੀ ਖੋਲੀ, ਪਤਾ ਨਹੀਂ ਪਰ ਪਰੇ। ਇੱਕੋ ਵਾਰੀ ਇਹ ਬੰਦਿਆਂ ਦੇ ਉੱਤੇ, ਤੁਰਕਾਂ ਦੇ ਉੱਤੇ ਪੈ ਗਈਆਂ ਭਰਿੰਡਾਂ। ਮਨੋਹ ਤੀਰ ਕਿਨ ਛੋਰਨ ਕਰੇ, ਮਾਨੋ ਜਿਵੇਂ ਤੀਰ ਹੀ ਚੱਲੇ ਹੋਣ ਫੌਜ ਦੇ ਉੱਤੇ। ਇਤਿਆਦਿਕ ਅਨੇਕ ਕਹਿ ਬਾਤ, ਇਸ ਤਰ੍ਹਾਂ ਦੀਆਂ ਗੱਲਾਂ ਤੁਰਕ ਕਰਦੇ ਨੇ ਆਪਸ ਵਿੱਚ। ਲਠ ਕੀ ਅਜਮਤ ਭੀ ਬਖਿਆਤ, ਇਹ ਭੈਰੋਂ ਦੀ ਲੱਠ ਦੀ ਸ਼ਕਤੀ ਉੱਥੇ ਅੱਜ ਤੱਕ ਪ੍ਰਸਿੱਧ ਹੈ। ਕੀਨ ਸਕੂਚਨ ਰੰਗੇ ਡੇਰਾ, ਔਰੰਗਜ਼ੇਬ ਨੇ ਹੁਣ ਬਨਾਰਸ ਤੋਂ, ਕਾਸ਼ੀ ਤੋਂ ਚਾਲੇ ਪਾ ਦਿੱਤੇ ਹਨ। ਨਿਜ ਰਾਜਧਾਨੀ ਕੋ ਕਿਆ ਫੇਰਾ, ਆਪਣੀ ਰਾਜਧਾਨੀ ਦਿੱਲੀ ਵੱਲ ਫੇਰਾ ਪਾਇਆ ਹੈ। ਦੁਆ ਗੋਰੇ ਲਾਗੇ ਲਠ ਬੀਚ, ਉਸ ਲੱਠ 'ਚ 2 ਗੋਲੇ ਲੱਗੇ ਹਨ ਤੋਪ ਦੇ। ਰਹੇ ਚਿੰਨ ਪਿਖ ਊਚ ਰੋ ਨੀਚ, ਉੱਥੇ ਉਹਨਾਂ ਦੀਆਂ 2 ਗੋਲਿਆਂ ਦੀ ਨਿਸ਼ਾਨੀ ਅੱਜ ਤੱਕ ਦਿਖਾਈ ਦਿੰਦੀ ਹੈ, ਸਭ ਲੋਕ ਦੇਖਦੇ ਹਨ। ਚਿਰੰਕਾਲ ਪੁਨ ਪੀਛੇ ਰਹੀ, ਕਾਫੀ ਸਮਾਂ ਪਿੱਛੋਂ ਉਹ ਲੱਠ ਰਹੀ ਹੈ। ਖਾਂਡ ਪਰੇ ਦੁਆ ਸਭ ਹੂੰ ਲਹੀ, ਹੁਣ ਉਹਦੇ 2 ਟੋਟੇ ਪਏ ਦਿਸਦੇ ਹਨ। ਪੁਨਹ 1868, ਫਿਰ 1860 ਬਿਕਰਮੀ ਦੇ ਵਿੱਚ ਭਇਓ ਬਿਗਨ ਤਿਸ ਪੈਰ ਵਲਾਠ, ਉਸ ਭੈਰੋਂ ਦੀ ਲੱਠ ਉੱਤੇ ਕੋਈ ਵਿਘਨ ਪੈ ਗਿਆ। ਹਿੰਦ ਵਾਇਨ ਅਰ ਬਹੁ ਤੁਰਕਾਨਾ, ਹਿੰਦੂਆਂ ਅਤੇ ਤੁਰਕਾਂ ਨੇ ਬਦਿਓ ਪਰਸਪਰ ਬਾਦ ਮਹਾਨਾ। ਆਪਸ ਵਿੱਚ ਵੈਰ ਵੱਧ ਗਿਆ। ਇਹ 1860 ਬਿਕਰਮੀ ਦੀ ਗੱਲ ਹੈ, ਯਾਨੀ ਕਿ 1803 ਈਸਵੀ ਦੇ ਵਿੱਚ ਇਹ ਵਾਕਿਆ ਹੋਇਆ ਹੈ। ਕਾਂਸ਼ੀਪੁਰੀ ਸਪਰਦਾ ਬਾਡੀ, ਕਾਂਸ਼ੀ ਦੇ ਵਿੱਚ ਆਪਸ 'ਚ ਹਿੰਦੂਆਂ ਮੁਸਲਮਾਨਾਂ ਦੇ ਦੰਗੇ ਹੋ ਗਏ। ਦੋਹਿ ਦਿਸ਼ ਤੇਰਿਸ ਉਪਜੀ ਗਾਡੀ, ਹਿੰਦੂਆਂ ਤੇ ਮੁਸਲਮਾਨਾਂ ਦੀ ਵੈਰ ਵਿਰੋਧਤਾ ਬਹੁਤ ਜ਼ਿਆਦਾ ਵੱਧ ਗਈ। ਹਿੰਦੂ ਮਿਰ ਸਭ ਹੂੰ ਬਲ ਭਾਰਾ, ਹਿੰਦੂ ਅਤੇ ਤੁਰਕ ਸਾਰੇ ਰਲ ਕੇ ਤਾਹਿਓ ਜਹ ਇਮਾਮ ਕੋ ਬਾਰਾ। ਕਹਿੰਦੇ ਜਿਹੜਾ ਇਮਾਮ ਦਾ ਉੱਥੇ ਬਾੜਾ ਸੀ, ਚੌਹਦਿਸ਼ ਤੇ ਭਾਵਕ ਜਵਲਤਾਈ, ਉਹਦੇ ਆਲੇ ਦੁਆਲੇ ਅੱਗ ਲਾ ਦਿੱਤੀ। ਹਨਿਓ ਤੁਰਕ ਤਬ ਅਰਿਓ ਜੋ ਆਈ, ਕਿਹੜਾ ਮੁਸਲਮਾਨ ਉੱਥੇ ਤੁਰਕ ਸਨ ਇਮਾਮ, ਉਹ ਮਾਰ ਦਿੱਤੇ, ਸਾੜ ਦਿੱਤੇ ਹਿੰਦੂਆਂ ਨੇ। ਪਿਖ ਇਕੱਠੋ ਹੋਏ ਕਰ ਤੁਰਕਾਨਾ, ਫਿਰ ਤੁਰਕ ਇਕੱਠੇ ਹੋ ਗਏ। ਪਹਿਲਾਂ ਹਿੰਦੂਆਂ ਨੇ ਉਹਨਾਂ ਦਾ ਇਮਾਮ ਦਾ ਘਰ ਸਾੜਿਆ, ਤੇ ਫਿਰ ਮੁਸਲਮਾਨਾਂ ਨੇ ਇਕੱਠੇ ਹੋ ਕੇ ਸ਼ਸਤਰ ਸੰਭਾਰ ਪਹੇ ਸਵਧਾਨਾ, ਸ਼ਸਤਰ ਫੜ ਕੇ ਸਾਰੇ ਤੁਰਕ ਸਾਵਧਾਨ ਹੋ ਕੇ ਹਿੰਦੂਆਂ ਤੇ ਆ ਚੜੇ। ਕਈ ਹਜ਼ਾਰ ਮਿਲੇ ਹਿਤ ਜੁਧ, ਹਜ਼ਾਰਾਂ ਤੁਰਕ ਇਕੱਠੇ ਹੋ ਗਏ ਜੰਗ ਕਰਨ ਵਾਸਤੇ, ਯੁੱਧ ਕਰਨ ਵਾਸਤੇ। ਮਾਰਹਿ ਮਰਹਿ ਬਡਿਓ ਅਤ ਕ੍ਰੋਧ, ਮਾਰਦੇ ਹਨ, ਮਰਦੇ ਹਨ, ਬੜਾ ਕ੍ਰੋਧ ਮਚਿਆ, ਯੁੱਧ ਮਚਿਆ ਹੈ, ਖੂਨ ਖਰਾਬਾ ਹੋਇਆ ਕਾਂਸ਼ੀ ਦੇ ਵਿੱਚ 1803 ਈਸਵੀ ਦੇ ਵਿੱਚ। ਲਠ ਭੈਰਵ ਕੀ ਚੌਹਦਿਸ਼ ਘੇਰੀ, ਉਦੋਂ ਸਾਧ ਸੰਗਤ ਜੀ ਭੈਰੋਂ ਦੀ ਲੱਠ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਤੁਰਕਾਂ ਨੇ। ਭਏ ਸੁਚੇਤ ਤੁਰਕ ਤਿਸ ਬੇਰੀ, ਤੁਰਕ ਸਾਰੇ ਇਕੱਠੇ ਹੋ ਕੇ ਆ ਗਏ। ਈਂਦਨ ਬਹੁ ਸਕੇਲ ਕਰ ਲੀਨਸ, ਬਹੁਤ ਸਾਰਾ ਬਾਲਣ ਇਕੱਠਾ ਕਰਕੇ ਚੌਹਦਿਸ਼ ਲਠ ਕੇ ਸਭ ਧਰ ਦੀਨਸ। ਉਹਦੇ ਆਲੇ ਦੁਆਲੇ ਰੱਖ ਦਿੱਤਾ ਹੈ, ਲੈ ਕਰ ਅਗਨੀ ਦਈ ਜਲਾਏ, ਅੱਗ ਲਾ ਦਿੱਤੀ ਹੈ। ਇਕ ਹੈ ਬਾਰਦਾਰ ਸਮੁਦਾਏ, ਬਹੁਤ ਸਾਰੀ ਬਾਲਣ ਬਾਲ ਕੇ ਭਸਮ ਦਈ ਕਰ ਸਗਰੀ ਲਾਠ, ਉਹ ਲੱਠ ਉਹਨਾਂ ਨੇ ਭਸਮ ਕਰ ਦਿੱਤੀ, ਖਤਮ ਕਰ ਦਿੱਤੀ। ਜਹ ਕਹਤੇ ਬਹੁ ਪਾਇਓ ਕਾਠ, ਬਹੁਤ ਸਾਰਾ ਬਾਲਣ ਪਾ ਕੇ ਭਈ ਭਸਮ ਸਮ ਤਿਸ ਤੇ ਪਾਛੇ। ਉਸ ਤੋਂ ਬਾਅਦ ਫਿਰ ਭਸਮ ਵਰਗੀ ਹੋ ਗਈ, ਯਾਨੀ ਉਹ ਸੜ ਕੇ ਪੱਥਰ ਜਿਹੜਾ ਸੀਗਾ ਉਹ ਫਿਰ ਕੋਲਾ ਹੋ ਗਿਆ, ਜਿਵੇਂ ਪੱਥਰ ਨੂੰ ਸਾੜ ਕੇ ਕੋਲਾ ਬਣਾ ਦਿੰਦੇ ਹਨ। ਨੌਰੰਗ ਕਥਾ ਸੁਨ ਹੋ ਪੁਨ ਆਛੇ, ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਲੱਠ ਦੀ ਸਮਾਪਤੀ ਹੋ ਗਈ ਸੀ। ਕਵੀਰਾਜ ਭਾਈ ਸੰਤੋਖ ਸਿੰਘ ਜੀ ਉਦੋਂ ਜਵਾਨੀ ਦੀ ਉਮਰ ਵਿੱਚ ਸਨ, ਉਹਨਾਂ ਨੇ ਇਹ ਵਾਕਿਆ ਸੁਣਿਆ ਹੋਇਆ ਉਸ ਵੇਲੇ ਦਾ ਲਿਖਿਆ ਹੈ। ਹੁਣ ਔਰੰਗਜ਼ੇਬ ਦੀ ਕਥਾ ਸੁਣੋ। ਦਿੱਲੀ ਬਿਖੈਸੋ ਆਏ ਪਰਵੇਸ਼ਾ, ਬਨਾਰਸ ਤੋਂ ਹੀ ਵਾਪਸ ਦਿੱਲੀ ਆ ਗਿਆ ਔਰੰਗਜ਼ੇਬ। ਹਿੰਦ ਧਰਮ ਸੋ ਹਠੀ ਵਿਸ਼ੇਸ਼ਾ, ਇਹ ਹਿੰਦੂ ਧਰਮ ਦਾ ਬੜਾ ਵੈਰੀ ਸੀਗਾ, ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਚਿਤਵਤ ਨਿਤ ਉਪਾਏ ਚਿਤ ਮਾਹੀ, ਮਨ ਵਿੱਚ ਸੋਚਦਾ ਰਹਿੰਦਾ ਹੈ ਕਿਸੇ ਤਰੀਕੇ ਨਾਲ ਇਹ ਸਾਰੇ ਹਿੰਦੂ
ਖਤਮ ਹੋ ਜਾਣ, ਹਿੰਦੂਆਂ ਦਾ ਧਰਮ ਮਿਟ ਜਾਵੇ। ਤੁਰਕ ਜਗਤ ਸਭ ਜਿਮ ਹੋਏ ਜਾਹੀ। ਕਹਿੰਦੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇ। ਇਸ ਪ੍ਰਕਾਰ ਹੀ ਯਤਨ ਬਣਾਵੈ ਹੈ। ਇਸ ਤਰ੍ਹਾਂ ਦੇ ਯਤਨ ਕਰਦਾ ਸੀ, ਇਸ ਤਰ੍ਹਾਂ ਦੇ ਹੀਲੇ ਕਰਦਾ ਸੀ ਔਰੰਗਜ਼ੇਬ। ਦੇਸ਼ ਵਿਦੇਸ਼ਨ ਹੁਕਮ ਪਠਾਵੈ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਹੁਕਮ ਭੇਜਦਾ ਸੀ, ਸਾਰੇ ਸੂਬਿਆਂ ਵਿੱਚ, ਜਿਵੇਂ ਜੰਮੂ ਕਸ਼ਮੀਰ ਵਾਲੇ ਪਾਸੇ ਪੰਡਤਾਂ ਨੂੰ ਹੁਕਮ ਭੇਜਿਆ, ਇਸੇ ਤਰ੍ਹਾਂ ਬਾਕੀ ਪੰਜਾਬ, ਬੰਗਾਲ, ਦੱਖਣ, ਸਾਰੇ ਪਾਸੇ ਜਿੱਥੇ ਹਿੰਦੂਆਂ ਦੇ ਗੜ੍ਹ ਹਨ, ਜਿੱਥੇ ਹਿੰਦੂਆਂ ਦੀਆਂ ਯੂਨੀਵਰਸਿਟੀਆਂ ਹਨ, ਸਕੂਲ ਹਨ, ਵਿਦਿਆਲੇ ਹਨ, ਬੜੇ ਬੜੇ ਵਿਦਵਾਨ ਪੰਡਤ ਰਹਿੰਦੇ ਹਨ, ਜਾਂ ਹਿੰਦੂਆਂ ਦੇ ਤੀਰਥ ਹਨ, ਹਿੰਦੂਆਂ ਦੇ ਮੰਦਰ ਹਨ। ਬਾਰ ਬਧੂ ਹਿੰਦਵਾਇਨ ਚੇਤੀ। ਫਿਰ ਇਸਨੇ ਕੀ ਕੀਤਾ, ਜਿਹੜੀਆਂ ਵੇਸ਼ਵਾਵਾਂ ਸਨ, ਹਿੰਦੂ ਵੇਸ਼ਵਾਵਾਂ ਨੂੰ ਇਹਨੇ ਬੰਦ ਕਰ ਦਿੱਤਾ, ਉਹਨਾਂ ਦਾ ਕੰਮ ਧੰਦਾ। ਬੀਚ ਬਾਜ਼ਾਰਨ ਵਰਜੀ ਤੇਤੀ। ਸਾਰੀਆਂ ਬਾਜ਼ਾਰ, ਜਿਹੜੇ ਵੇਸ਼ਵਾਵਾਂ ਦੇ ਬਾਜ਼ਾਰ ਸੀਗੇ, ਪਹਿਲਾਂ ਤਾਂ ਕਹਿੰਦਾ ਵੇਸ਼ਵਾਵਾਂ ਰਹਿਣ ਨਹੀਂ ਦੇਣੀਆਂ, ਬਹੁਤ ਸਾਰੀਆਂ ਵੇਸ਼ਵਾਵਾਂ ਜਮਨਾ 'ਚ ਦਿੱਲੀ ਦੀਆਂ ਰੋੜ ਕੇ ਮਾਰ ਦਿੱਤੀਆਂ ਸਨ। ਫਿਰ ਸਾਧ ਸੰਗਤ ਜੀ ਇਹਨੇ ਨਵਾਂ ਕਾਨੂੰਨ ਬਣਾਇਆ ਵੀ ਹਿੰਦੂਆਂ ਦੀਆਂ ਵੇਸ਼ਵਾਵਾਂ ਜਿਹੜੀਆਂ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਸਨ, ਹਿੰਦੂਆਂ ਦੇ ਘਰ ਜੰਮੀਆਂ ਸਨ, ਜਿਨ੍ਹਾਂ ਕੋਲ ਹਿੰਦੂ ਲੋਕ ਜਾਂਦੇ ਸਨ, ਉਹਨਾਂ ਨੂੰ ਸਾਰੀਆਂ ਨੂੰ ਰੋਕ ਦਿੱਤਾ ਵੀ ਤੁਸੀਂ ਨਾਚ ਗਾਣਾ ਨਹੀਂ ਕਰਨਾ, ਤੁਸੀਂ ਆਪਣਾ ਜੋ ਧੰਦਾ ਪੇਸ਼ਾ ਹੈ ਵਿਸ਼ੇ ਵਿਕਾਰਾਂ ਵਾਲਾ ਉਹ ਨਹੀਂ ਕਰਨਾ। ਕਰੀ ਪਠਾਵਨ ਸਭ ਤੁਰਕਾਨੀ। ਉਹਨਾਂ ਦੀ ਥਾਂ 'ਤੇ ਤੁਰਕਣੀਆਂ ਭੇਜ ਦਿੱਤੀਆਂ, ਮੁਸਲਮਾਨੀਆਂ ਜਿਹੜੀਆਂ ਵੇਸ਼ਵਾਵਾਂ ਸਨ ਉਹਨਾਂ ਨੂੰ ਬਾਜ਼ਾਰ ਲਾ ਦਿੱਤੇ ਹਨ ਵੀ ਇਹਨਾਂ ਕੋਲ ਜਿਹੜਾ ਵੀ ਕੋਈ ਹਿੰਦੂ ਆਵੇਗਾ ਉਹਨੂੰ ਇਹ ਮੁਸਲਮਾਨ ਬਣਾ ਲੈਣਗੀਆਂ। ਇਮ ਵਿਚਾਰ ਔਰ ਮੈਂ ਬਿਦਠਾਨੀ। ਇਹ ਵੀ ਪੁੱਠੀ ਮੱਤ ਕਿਸੇ ਕਾਜੀ ਨੇ ਦਿੱਤੀ ਸੀ। ਔਰੰਗਜ਼ੇਬ ਨੇ ਇਸ ਨੂੰ ਵਿਚਾਰ ਕੇ ਆਖਿਆ ਵੀ ਇਹ ਠੀਕ ਹੈ, ਕਿਉਂਕਿ ਵੇਸ਼ਵਾਵਾਂ ਆਪਣੇ ਰੂਪ ਦਾ ਪ੍ਰਭਾਵ ਪਾ ਕੇ ਹਿੰਦੂਆਂ ਨੂੰ ਆਪਣੇ ਮਗਰ ਲਾਉਣਗੀਆਂ, ਆਪਣੇ ਧਰਮ ਤੋਂ ਪਤਿਤ ਕਰਨਗੀਆਂ, ਉਹਨਾਂ ਨੂੰ ਆਪਣਾ ਜੂਠਾ ਖਵਾਉਣਗੀਆਂ, ਫਿਰ ਕਹਿ ਦੇਣਗੀਆਂ ਵੀ ਤੁਸੀਂ ਸਾਡੇ ਕੋਲ ਤਾਂ ਆਉਂਦੇ ਹੀ ਹੋ, ਮੁਸਲਮਾਨ ਬਣ ਜਾਓ। ਕਿਉਂਕਿ ਬੰਦਾ ਜੋ ਕੁਝ ਦੇਖਦਾ ਹੈ, ਬੰਦਾ ਜੋ ਕੁਝ ਸੁਣਦਾ ਹੈ, ਉਹਦਾ ਪ੍ਰਭਾਵ ਕਬੂਲ ਦਾ ਹੈ। ਸੋ ਦੇਖੋ ਔਰੰਗਜ਼ੇਬ ਨੇ ਕਿੱਥੋਂ ਤੱਕ ਨੀਤੀ ਅਪਣਾਈ ਹੈ। ਹਿੰਦੂ ਵੇਸ਼ਵਾਵਾਂ ਦਾ ਬਾਜ਼ਾਰ ਬੰਦ ਕਰ ਦਿੱਤਾ ਹੈ ਅਤੇ ਮੁਸਲਮਾਨੀਆਂ ਵੇਸ਼ਵਾਵਾਂ ਦਾ ਬਾਜ਼ਾਰ ਲਾ ਦਿੱਤਾ ਹੈ। ਹਿੰਦਨੀ ਵੇਸ਼ਿਆ ਨਹਿ ਜਬ ਹੋਏ। ਕਹਿਣ ਲੱਗਾ ਜਦੋਂ ਹਿੰਦੂਆਣੀਆਂ ਵੇਸ਼ਵਾਵਾਂ ਨਹੀਂ ਰਹਿਣਗੀਆਂ, ਰਮਹਿ ਤੁਰਕਨੀ ਹਿੰਦੂ ਜੋਏ। ਜਿਹੜੇ ਹਿੰਦੂ ਨੇ ਉਹ ਤੁਰਕਣੀਆਂ ਕੋਲ ਆਉਣਗੇ, ਤੁਰਕਣੀਆਂ ਦਾ ਸੰਗ ਸਾਥ ਕਰਨਗੇ, ਤਤਛਨ ਆਪਣੋ ਧਰਮ ਨਸਾਵੈ। ਆਪਣਾ ਧਰਮ ਉਦੋਂ ਨਸ਼ਟ ਹੋ ਜਾਏਗਾ। ਸਾਧ ਸੰਗਤ ਜੀ ਪਹਿਲਾਂ ਇੱਦਾਂ ਮੰਨਦੇ ਸਨ ਵੀ ਤੁਰਕਾਂ ਦੇ ਹੱਥ ਦਾ ਪਾਣੀ ਪੀ ਕੇ ਵੀ ਕਹਿੰਦੇ ਧਰਮ ਨਸ਼ਟ ਹੋ ਜਾਂਦਾ ਹੈ। ਅਤੇ ਖਾਸ ਕਰਕੇ ਖਾਲਸੇ ਨੂੰ ਜਦੋਂ ਰਹਿਤ ਦੱਸੀ ਦਸਵੇਂ ਪਾਤਸ਼ਾਹ ਜੀ ਨੇ, 4 ਕੁਰੈਤਾਂ ਵਿੱਚ ਬੱਜਰ ਕੁਰੈਤਾਂ 'ਚ ਤੁਰਕਣੀ ਦਾ ਸੰਗ ਵਿਸ਼ੇਸ਼ ਕਰਕੇ ਬੱਜਰ ਕੁਰੈਤ ਮੰਨੀ ਹੈ। ਵੈਸੇ ਤਾਂ ਪਰਾਈ ਇਸਤਰੀ ਕੋਈ ਵੀ ਹੋਵੇ, ਮਾਂ ਭੈਣ ਧੀ ਕਰਕੇ ਜਾਣਨੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਪਰ ਤੁਰਕਣੀ ਦਾ ਸੰਗ ਤਾਂ ਕਦੀ ਵੀ ਨਹੀਂ ਕਰਨਾ, ਕਿਉਂਕਿ ਉਹਦੇ ਨਾਲ ਧਰਮ ਜਿਹੜਾ ਹੈ, ਵਿਚਾਰ ਹੀ ਬਦਲ ਜਾਂਦੇ, ਖਿਆਲ ਹੀ ਬਦਲ ਜਾਂਦੇ ਹਨ। ਤੋ ਤੁਰਕਣੀਆਂ ਜਦੋਂ ਬਾਜ਼ਾਰਾਂ ਵਿੱਚ ਬੈਠ ਜਾਣਗੀਆਂ ਅਤੇ ਹਿੰਦੂ ਉਹਨਾਂ ਕੋਲ ਆਉਣਗੇ ਅਤੇ ਉਹ ਫਿਰ ਉਹਨਾਂ ਦੀ ਸੰਗਤ ਕਰਨਗੇ, ਉਹਨਾਂ ਦੇ ਨਾਲ ਰਹਿਣਗੇ, ਉਹਨਾਂ ਵਰਗੇ ਹੀ ਵਿਚਾਰ ਹੋ ਜਾਣਗੇ। ਤੁਰਕਣੀਆਂ ਦਾ ਸੰਗ ਕਰਕੇ ਹਿੰਦੂਆਂ ਦੀ ਮੱਤ ਤੁਰਕਾਂ ਵਾਲੀ ਹੋ ਜਾਏਗੀ। ਤੁਰਕ ਮਤੋ ਇਮ ਬਦ ਤੋ ਜਾਵੈ। ਇਸ ਤਰ੍ਹਾਂ ਸਾਧ ਸੰਗਤ ਜੀ ਇਸਲਾਮ ਦਾ ਵਾਧਾ ਕਰਨ ਲਈ ਔਰੰਗਜ਼ੇਬ ਨੇ ਕਈ ਸਕੀਮਾਂ ਕੱਢੀਆਂ। ਉਹਨਾਂ ਵਿੱਚੋਂ ਇੱਕ ਸਕੀਮ ਇਹ ਵੀ ਸੀ ਵੀ ਵੇਸ਼ਵਾਵਾਂ ਹਿੰਦੂ ਨਹੀਂ ਰਹਿਣ ਦੇਣੀਆਂ, ਮੁਸਲਮਾਨੀਆਂ ਵੇਸ਼ਵਾਵਾਂ ਲਾਉਣੀਆਂ ਬਾਜ਼ਾਰਾਂ ਦੇ ਵਿੱਚ, ਉਹ ਹੀ ਨਾਚ ਗਾਣਾ ਖਾਇਆ ਕਰਨਗੀਆਂ। ਉਹਨਾਂ ਦੇ ਕੋਠੇ 'ਤੇ ਜਦੋਂ ਹਿੰਦੂ ਨਾਚ ਗਾਣਾ ਵੇਖਣ ਆਉਂਦੇ ਹਨ, ਉਹਨਾਂ ਕੋਲ ਬੈਠਦੇ ਹਨ, ਉਹਨਾਂ ਦਾ ਸੰਗ ਸਾਥ ਕਰਦੇ ਹਨ, ਅੱਧੇ ਤਾਂ ਉਦੋਂ ਹੀ ਮੁਸਲਮਾਨ ਬਣ ਜਾਂਦੇ ਹੈ। ਅਤੇ ਫਿਰ ਉਹਨਾਂ ਨੂੰ ਇਹ ਵੀ ਵੇਸ਼ਵਾਵਾਂ ਨੂੰ ਕਿਹਾ ਹੋਇਆ ਸੀ ਵੀ ਇਹਨਾਂ ਨੂੰ ਹੌਲੇ ਹੌਲੇ ਕਹਿੰਦੇ ਰਹਿਣਾ ਵੀ ਤੁਸੀਂ ਮੁਸਲਮਾਨ ਬਣ ਜਾਓ, ਅਤੇ ਆਪੇ ਹੀ ਇਹ ਮੁਸਲਮਾਨ ਬਣ ਜਾਣਗੇ। ਕਾਮ ਕੇਲ ਕਰ ਬੇਤੇ ਪਾਛੇ। ਕਹਿੰਦੇ ਜਦੋਂ ਉਹਨਾਂ ਵੇਸ਼ਵਾਵਾਂ ਦੇ ਕੋਠਿਆਂ 'ਤੇ ਹਿੰਦੂ ਜਾਣ ਲੱਗ ਪਏ, ਪੁਨ ਕੈਸੇ ਹਿੰਦੂ ਰਹਿ ਆਛੇ। ਉਹ ਫਿਰ ਕਦੋਂ ਹਿੰਦੂ ਰਹਿਣਗੇ, ਭਾਵ ਉਹਨਾਂ ਦਾ ਜੂਠਾ ਖਾ ਲੈਣਗੇ।
ਤੁਰਕਾਂ ਦਾ ਮਾਸ ਖਾ ਲੈਣਾ, ਗਊ ਦਾ ਮਾਸ ਖਾ ਲੈਣਾ। ਅੱਜ ਕੱਲ੍ਹ ਤਾਂ ਸਾਡੇ ਕਈ ਸਿੱਖ ਵੀ ਕਹਿੰਦੇ ਆ ਵੀ ਗਊ ਦਾ ਮਾਸ ਖਾਣਾ ਸਾਨੂੰ ਕੋਈ ਮਨਾ ਨਹੀਂ ਹੈ। ਪਰ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਲਓ। ਭਾਈ ਗੁਰਦਾਸ ਜੀ ਲਿਖਦੇ ਨੇ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਜਿੱਥੇ ਗਰੀਬ ਨੂੰ ਮਾਰਨਾ ਪਾਪ ਹੈ, ਉੱਥੇ ਗਊ ਨੂੰ ਮਾਰਨਾ ਵੀ ਪਾਪ ਲਿਖਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ 'ਚ ਪੜ੍ਹੋ। ਫਿਰ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਲਾਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੇ 4 ਵੱਡੇ ਪਾਪ ਲਿਖੇ ਨੇ, ਉਹਦੇ ਵਿੱਚ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ। ਕੈਲੀ ਗਊ ਨੂੰ ਹੀ ਕਹਿੰਦੇ ਹੈ, ਅਤੇ ਉਹ ਗਊ ਦਾ ਮਾਰਨਾ ਵੀ ਵੱਜਰ ਪਾਪ ਮੰਨਿਆ ਹੈ ਗੁਰਬਾਣੀ ਦੇ ਵਿੱਚ। ਪਰ ਜਿਹੜੇ ਕਹਿੰਦੇ ਆ ਸਾਨੂੰ ਖਾਣ ਦਾ ਕੋਈ ਹਰਜ ਨਹੀਂ, ਮਹਾਰਾਜ ਨੇ ਤੇ ਖਾਲਸੇ ਨੂੰ 4 ਵੱਜਰ ਕੁਰੈਤਾਂ ਲਿਖੀਆਂ ਵੀ ਨਹੀਂ ਕਰਨੀਆਂ। ਚੌਥੀ ਵੱਜਰ ਕੁਰੈਤ ਕੁੱਠੇ ਦਾ ਮਾਸ ਹੈ, ਜਿਹੜਾ ਮੁਸਲਮਾਨ ਹਲਾਲੀ ਦਾ ਮਾਸ ਬਣਾਉਂਦੇ ਨੇ। ਕਲਮਾ ਪੜ੍ਹ ਕੇ ਹੌਲੇ ਹੌਲੇ ਕਿਸੇ ਜੀਵ ਦੀ ਗਰਦਨ 'ਤੇ ਛੁਰੀ ਚਲਾਉਂਦੇ ਨੇ, ਗਊ ਨੂੰ ਮਾਰਦੇ ਨੇ, ਉਹ ਖਾਲਸੇ ਲਈ ਬੜਾ ਵੱਡਾ ਪਾਪ ਹੈ। ਪਰ ਸਾਡੇ ਅੱਜ ਕੱਲ੍ਹ ਇਹੀ ਸੋਚਦੇ ਆ ਵੀ ਜਿਹੜਾ ਕੰਮ ਹਿੰਦੂ ਕਰਨਗੇ ਅਸੀਂ ਉਹ ਨਹੀਂ ਕਰਨਾ, ਜਿਹੜਾ ਹਿੰਦੂ ਨਹੀਂ ਕਰਦੇ ਅਸੀਂ ਕਰਨਾ ਹੈ। ਇਸ ਸੋਚ ਨੇ ਖਾਲਸਾ ਜੀ ਗੁਰਬਾਣੀ ਤੋਂ ਸਾਨੂੰ ਬੇਮੁਖ ਕਰ ਦਿੱਤਾ ਹੈ। ਹੌਲੇ ਹੌਲੇ ਸਾਡੇ ਅੰਦਰ ਨਾਸਤਿਕਤਾ ਫੈਲ ਰਹੀ ਹੈ। ਤੋ ਉਹ ਤੁਰਕਣੀਆਂ ਬਾਜ਼ਾਰ ਦੇ ਵਿੱਚ ਲਾ ਦਿੱਤੀਆਂ ਔਰੰਗਜ਼ੇਬ ਨੇ। ਜਦੋਂ ਹਿੰਦੂ ਇਹਨਾਂ ਕੋਲ ਆਉਣਗੇ, ਗਊ ਦਾ ਮਾਸ ਵੀ ਖਾ ਲੈਣਗੇ, ਕਾਮ ਵਾਸ਼ਨਾ ਦੇ ਅਧੀਨ ਹੋ ਕੇ ਤੁਰਕਣੀਆਂ ਦਾ ਸੰਗ ਕਰਨਗੇ। ਅੱਧੇ ਮੁਸਲਮਾਨ ਤਾਂ ਗੱਲਾਂ ਬਾਤਾਂ ਨਾਲ ਹੀ ਬਣ ਜਾਣਗੇ। ਰਹਿੰਦੇ ਖਹਿੰਦੇ ਫਿਰ ਅਸੀਂ ਉਹਨਾਂ ਨੂੰ ਕਲਮਾ ਪੜ੍ਹਾ ਦਿਆਂਗੇ ਵੀ ਹੁਣ ਤੁਸੀਂ ਮੁਸਲਮਾਨਾਂ ਦਾ ਜੂਠਾ ਖਾ ਲਿਆ, ਗਊ ਦਾ ਮਾਸ ਖਾ ਲਿਆ, ਆ ਜਾਓ ਹੁਣ ਮੁਸਲਮਾਨ ਹੀ ਬਣ ਜਾਓ। ਕਿਉਂਕਿ ਕਿਸੇ ਵੀ ਧਰਮ ਦੀ 6 ਚੀਜ਼ਾਂ ਹੁੰਦੀਆਂ ਵੱਖਰੀਆਂ: ਆਸ਼ਾ, ਇਸ਼ਟ, ਉਪਾਸਨਾ, ਖਾਨ ਪਾਨ, ਪਹਿਰਾਨ। ਆਸ਼ਾ, ਇਸ਼ਟ, ਉਪਾਸਨਾ, ਖਾਣਾ ਪੀਣਾ ਅਤੇ ਪਹਿਨਣਾ। ਇਹ 6 ਚੀਜ਼ਾਂ ਜਦੋਂ ਰਲ ਜਾਂਦੀਆਂ ਨੇ ਫਿਰ ਧਰਮ ਰਲ ਮਿਲ ਜਾਂਦਾ ਹੈ, ਸ਼ੰਕਰ ਵਰਨ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਖਾਲਸੇ ਨੂੰ ਖਾਣਾ ਵੀ ਵੱਖਰਾ ਬਣਾਇਆ, ਖਾਲਸੇ ਦਾ ਪਹਿਰਨਾ ਵੀ ਵੱਖਰਾ ਬਣਾਇਆ, ਖਾਲਸੇ ਦਾ ਆਸ਼ਾ ਇਸ਼ਟ ਉਪਾਸਨਾ ਵੀ ਵੱਖਰਾ, ਸਾਰਿਆਂ ਤੋਂ ਨਿਆਰਾ ਬਣਾਇਆ। ਪਰ ਕਿਸੇ ਦਾ ਵੈਰੀ ਨਹੀਂ ਖਾਲਸਾ। ਅੱਜ ਆਪਾਂ ਸਾਰਾ ਕੁਝ ਹੀ, ਖਾਲਸੇ ਦੀ ਪਛਾਣ ਉਹ ਵੀ ਗਈ ਸਾਡੇ ਕੋਲੋਂ। ਸਾਡੇ ਬੱਚੇ ਹੁਣ ਕੇਸ ਰੱਖ ਕੇ ਰਾਜੀ ਨਹੀਂ ਹਨ, ਅਤੇ ਖਾਣਾ ਵੀ ਤੁਰਕਾਂ ਵਾਲਾ ਵੀ ਖਾ ਲੈਂਦੇ, ਮੁਸਲਮਾਨਾਂ ਹਿੰਦੂਆਂ ਵਾਲਾ ਸਾਰਾ ਹੀ ਖਾਈ ਜਾਂਦੇ, ਤੰਬਾਕੂ ਵੀ ਖਾਈ ਜਾਂਦੇ ਆ ਅਤੇ ਗਊ ਦਾ ਮਾਸ ਵੀ ਖਾਈ ਜਾਂਦੇ ਆ। ਖਾਲਸਾ ਜੀ, ਇਹਦੇ ਨਾਲ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੋਂ ਕੀ ਉਮੀਦ ਰੱਖਦੇ ਹੋ ਵੀ ਇਹ ਸਿੱਖ ਬਣਨਗੇ? ਕਦੀ ਵੀ ਨਹੀਂ। ਕਹਿਣ ਮਾਤਰ ਸਿੱਖ ਹਨ, ਭਾਵੇਂ ਕੋਈ ਗੁੱਸਾ ਕਰੇ ਭਾਵੇਂ ਗਿਲਾ ਕਰੇ, ਅਸੀਂ ਤਾਂ ਕਹਿਣਾ ਹੈ। ਗੁਰੂ ਖਾਲਸੇ ਨੂੰ ਇਹ ਚੀਜ਼ਾਂ ਮਨ੍ਹਾ ਹਨ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੀ ਰਹਿਤਾਂ ਦੱਸੀਆਂ ਨੇ, ਕੁਰੈਤਾਂ ਦੱਸੀਆਂ ਨੇ, ਉਹ ਸਾਨੂੰ ਸਮਝਣੀਆਂ ਚਾਹੀਦੀਆਂ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਆ ਵੀ ਔਰੰਗਜ਼ੇਬ ਨੇ ਵੇਸ਼ਵਾਵਾਂ ਨੂੰ ਜਿਹੜੀਆਂ ਮੁਸਲਮਾਨੀਆਂ ਸੀ ਬਾਜ਼ਾਰਾਂ ਵਿੱਚ ਬਿਠਾ ਦਿੱਤਾ ਵੀ ਜਦੋਂ ਹਿੰਦੂ ਤੁਹਾਡੇ ਕੋਠੇ 'ਤੇ ਨਾਚ ਗਾਣਾ ਸੁਣਨ ਆਉਂਦੇ ਨੇ, ਇਹਨਾਂ ਨੂੰ ਤੁਸੀਂ ਗਊ ਦਾ ਮਾਸ ਖਾਣ ਦੀ ਪ੍ਰੇਰਣਾ ਦਿਓ। ਰਜਕ ਗੁਜਰੇ ਪਾਣੀ ਹਾਰ। ਹਾਂਜੀ, ਤਾਂ ਕਹਿੰਦੇ ਉਹਨਾਂ ਦੇ ਕੁੱਜੇ ਵੀ ਪਾਣੀ ਦੇ ਜਿਹੜੇ ਹੁੰਦੇ ਆ ਮਿੱਟੀ ਦੇ, ਉਹ ਵੀ ਮੁਸਲਮਾਨਾਂ ਦੇ, ਉਹਨਾਂ ਦੇ ਪਾਣੀ ਪੀਣ ਕਰਕੇ, ਉਹਨਾਂ ਦਾ ਖਾਣਾ ਖਾਣ ਕਰਕੇ ਸਗਰੇ ਤੁਰਕ ਕਰੇ ਤਿਸ ਬਾਰ। ਕਹਿੰਦੇ ਜਿਹੜੇ ਕੱਪੜੇ ਧੋਣ ਵਾਲੇ ਉਹ ਵੀ ਮੁਸਲਮਾਨ ਲਾਤੇ ਵੀ ਜਦੋਂ ਕੱਪੜੇ ਧੋਣਗੇ, ਉਹਨਾਂ ਕੋਲ ਕੱਪੜੇ ਧੋਣ ਜਾਓਗੇ, ਉਹ ਆਪਣੇ ਢੰਗ ਨਾਲ ਧੋਣਗੇ। ਸਾਰੇ ਬਾਜ਼ਾਰਾਂ ਵਿੱਚ, ਕਾਰੋਬਾਰਾਂ 'ਤੇ, ਬਿਜ਼ਨਸ ਵਿੱਚ ਮੁਸਲਮਾਨਾਂ ਨੂੰ ਵਾਧਾ ਦਿੱਤਾ ਅਤੇ ਹਿੰਦੂਆਂ 'ਤੇ ਪਾਬੰਦੀ ਲਾ ਦਿੱਤੀ। ਇਤਿਆਦਿਕ ਕ੍ਰਿਤ ਠਨ ਹੈ ਜਈ। ਇਸ ਪ੍ਰਕਾਰ ਜਿਹੜੇ ਲੋਕ ਕੰਮ ਕਰਦੇ, ਹਿੰਦੂ ਕਰੇ ਹਟਾਵਨ ਸਈ। ਉਹਨਾਂ ਕੰਮਾਂ ਤੋਂ ਹਿੰਦੂ ਨੂੰ ਹਟਾਤਾ। ਧੋਬੀਆਂ ਤੱਕ ਵੀ ਮੁਸਲਮਾਨ ਲਾ ਦਿੱਤੇ। ਅਤੇ ਜਿਹੜੇ ਸਾਧ ਸੰਗਤ ਜੀ ਕਰੂੰਜੜੇ ਸਬਜ਼ੀਆਂ ਵੇਚਣ ਵਾਲੇ, ਉਹ ਵੀ ਜ਼ਿਆਦਾਤਰ ਮੁਸਲਮਾਨ ਸਬਜ਼ੀਆਂ ਵੇਚਦੇ ਹਨ। ਦੁਕਾਨਦਾਰ ਵੀ ਮੁਸਲਮਾਨ ਸਾਰੇ, ਕੱਪੜਾ ਵੇਚਣ ਵਾਲੇ ਵੀ, ਧੋਬੀ ਮੰਡੀ ਵੀ, ਸਾਰੇ ਹੀ। ਉਹਦੇ ਕਰਕੇ ਫਿਰ ਮੁਸਲਮਾਨਾਂ ਦਾ ਜਿੱਥੇ ਦੇਖਣਾ ਉੱਥੇ ਹੀ ਅੱਲਾਹੂ ਅਕਬਰ ਕਰ ਦੇਣਾ, ਅਤੇ ਲੋਕਾਂ ਦੇ ਕੰਨਾਂ ਵਿੱਚ ਵੀ ਆਵਾਜ਼ ਜਿਹੜੀ ਹੈ ਉਹ ਮੁਸਲਮਾਨੀ ਮੱਤ ਦੀ ਪੈਂਦੀ ਹੈ। ਸਗਲੇ ਥਲ ਮਹਿ ਤੁਰਕ ਬਿਠਾਏ। ਥਾਂ ਥਾਂ 'ਤੇ ਤੁਰਕ ਬੈਠ ਗਏ ਹਨ, ਮੂੰਹ ਦੇ ਵਿੱਚ ਪਾਨ ਪਾ ਕੇ ਥੁੱਕੀ ਜਾਂਦੇ ਹਨ,
ਨਾਲੇ ਆਓ ਮੀਆਂ ਕਰੀ ਜਾਂਦੇ ਹਨ। ਇਮ ਸਭ ਸਨੇ ਸਨੇ ਮਿਲ ਜਾਏ। ਇਸ ਤਰ੍ਹਾਂ ਕਹਿੰਦੇ ਹੌਲੇ ਹੌਲੇ ਜਦੋਂ ਹਿੰਦੂ ਇਹਨਾਂ ਕੋਲੋਂ ਸਮਾਨ ਖਰੀਦਣਗੇ, ਕੱਪੜੇ ਧੋਣਗੇ, ਇਹਨਾਂ ਦੀਆਂ ਦੁਕਾਨਾਂ 'ਤੇ ਆਉਣਗੇ, ਇਹ ਉਹਨਾਂ ਨੂੰ ਹੌਲੇ ਹੌਲੇ ਕਹਿਣਗੇ ਵੀ ਆਓ ਮੀਆਂ, ਤੇ ਫਿਰ ਮੀਆਂ ਕਰਦੇ ਮੀਆਂ ਹੀ ਬਣ ਜਾਣਗੇ। ਕੁਦਰਤੀ ਗੱਲ ਆ, ਜਿਹੜੀ ਬੋਲੀ ਸੁਣੋਗੇ, ਜਿੱਦਾਂ ਦੀਆਂ ਗੱਲਾਂ ਸੁਣੋਗੇ, ਉੱਦਾਂ ਦਾ ਬੰਦੇ ਦਾ ਨੇਚਰ ਹੋ ਜਾਂਦਾ। ਅੱਜ ਹੋਰ ਕੱਲ੍ਹ ਹੋਰ। ਆਪਾਂ ਹੁਣ ਇੱਥੇ ਆਏ ਹਾਂ ਗੋਰਿਆਂ ਦੇ ਦੇਸ਼ ਵਿੱਚ, ਪੰਜਾਬ ਦਾ ਪਹਿਲੀ ਗੱਲ ਤਾਂ ਸਾਡਾ ਜਿਹੜਾ ਉੱਥੋਂ ਜਨਰੇਸ਼ਨ ਆਈ ਹੈ, ਅਸੀਂ ਆਏ ਹਾਂ, ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਹਾਂ, ਕਾਕਾ ਹੁਣ ਪੰਜਾਬ ਵਾਲੀ ਕੋਈ ਗੱਲ ਨਹੀਂ ਕਰਨੀ, ਬਸ ਇੱਥੇ ਆਪਾਂ ਗੋਰਿਆਂ ਵਰਗੇ ਹੀ ਬਣਨਾ। ਅਤੇ ਬੱਚੇ ਅੱਗੇ ਹੀ ਵਿਚਾਰੇ ਉਹ ਤਾਂ ਮੋਮ ਦੀ ਨੱਕ ਹੁੰਦੇ, ਜਿੱਧਰ ਮਰਜ਼ੀ ਮੋੜ ਲਓ। ਹੁਣ ਆਪਾਂ ਦੇਖਦੇ ਹਾਂ ਵੀ ਗੁਰਦੁਆਰੇ 'ਚ 20 ਸਾਲ ਤੋਂ 25 ਸਾਲ ਤੋਂ ਘੱਟ ਦਾ ਬੱਚਾ ਐਤਵਾਰ ਕੋਈ 10% ਆਉਂਦੇ ਆ, 90% ਦੇ ਬੁੱਢੇ ਹੀ ਆਉਂਦੇ ਹੈ। ਬੱਚਿਆਂ ਨੂੰ ਕਹਿੰਦੇ ਗੁਰਦੁਆਰੇ ਚੱਲੋ, ਉਹ ਨਹੀਂ ਆਉਂਦੇ। ਕਿਉਂ? ਮਾਂ ਬਾਪ ਨੇ ਪ੍ਰੇਰਣਾ ਹੀ ਨਹੀਂ ਦਿੱਤੀ, ਉਹਨਾਂ ਨੂੰ ਦੱਸਿਆ ਹੀ ਨਹੀਂ ਉਹਦੇ ਬਾਰੇ। ਜੇ ਕਦੀ ਜਦੋਂ ਬੱਚਾ ਹੋ ਜਾਏ ਜਵਾਨ, ਉਹਨੂੰ ਕਹੀਏ, ਫਿਰ ਉਹ ਕਿੱਥੇ ਮੰਨੇਗਾ। ਜੇ 2-2.5 ਸਾਲ ਦੇ ਬੱਚੇ ਨੂੰ ਸਿਖਾਇਆ ਜਾਵੇ ਵੀ ਬੇਟਾ ਗੁਰੂ ਘਰ ਜਾਣਾ, ਮੱਥਾ ਟੇਕਣਾ, ਵੱਡਿਆਂ ਦਾ ਸਤਿਕਾਰ ਕਰਨਾ, ਇਹ ਤੇਰੀ ਮਾਸੀ ਹੈ, ਤੇਰੀ ਮਾਮੀ ਹੈ, ਇਹਦੇ ਪੈਰੀਂ ਹੱਥ ਲਾ, ਇਹ ਤੇਰਾ ਚਾਚਾ ਹੈ, ਤਾਇਆ, ਉਹ ਤਾਂ ਕੋਈ ਦੱਸਣੀ ਨਹੀਂ ਗੱਲ। ਉਹ ਹੁਣ ਮੁੰਡਾ ਆਉਂਦਾ, ਉਹ ਦਾਦੇ ਦੇ ਉੱਤੋਂ ਦੀ ਇੱਦਾਂ ਗਲ ਨੂੰ ਜੱਫੀ ਪਾ ਲੈਂਦਾ, ਪਿਆਰ ਦਿੰਦਾ, ਗੋਡੀ ਹੱਥ ਨਹੀਂ ਲਾਉਣਾ ਸਿਖਾਉਂਦੇ। ਜਦੋਂ ਕਿ ਸਾਡਾ ਕਲਚਰ ਹੈ, ਗੁਰੂ ਸਾਹਿਬ ਜੀ ਦੀ ਬਾਣੀ ਦਾ ਵੀ ਕਈ ਕਲਚਰ ਹੈ, ਪੈਰੀਂ ਪਵਣਾ ਜਗ ਵਰਤਾਇਆ। ਬਦਲ ਗਿਆ ਸਾਰਾ ਕੁਝ। ਅਤੇ ਉਹਨਾਂ ਨੇ, ਤੁਰਕਾਂ ਨੇ ਇੱਦਾਂ ਦਾ ਸਿਸਟਮ ਬਣਾ ਤਾ, ਕਹਿੰਦੇ ਸਾਰਾ ਸਿਸਟਮ ਹੀ ਬਦਲ ਦਿਓ, ਸੋਚ ਹੀ ਬਦਲ ਦਿਓ, ਬੋਲੀ ਬਦਲ ਦਿਓ, ਪਹਿਰਾਵਾ ਬਦਲ ਦਿਓ, ਖਾਣ ਪੀਣ ਬਦਲ ਦਿਓ। ਜਦੋਂ ਬਾਜ਼ਾਰਾਂ ਦੇ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਦੇ ਉੱਤੇ ਮੁਸਲਮਾਨਾਂ ਦਾ ਹੀ ਮਾਸ ਮਿਲਣਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੁੱਠਾ ਖਾਣ 'ਤੇ ਬੱਜਰ ਕੁਰੈਤ ਕਹੀ। ਕਿਉਂ ਕਹੀ? ਕਿ ਮੁਸਲਮਾਨ ਜਿਹੜੇ ਸੀ ਉਹ ਕਹਿੰਦੇ ਸੀ ਝਟਕਾ ਕਰਨ ਹੀ ਨਹੀਂ ਦੇਣਾ, ਹਿੰਦੂਆਂ ਨੂੰ ਝਟਕਾ ਕਰਕੇ ਖਾਣ ਨਹੀਂ ਦੇਣਾ, ਮੁਸਲਮਾਨਾਂ ਦਾ ਮਾਸ ਖਾਓ। ਮਹਾਰਾਜ ਕਹਿੰਦੇ ਜਿਹੜੀ ਗੱਲ ਤੋਂ ਰੋਕੋਗੇ ਮੈਂ ਉਹ ਹੀ ਕਰਾਂਗਾ। ਖਾਲਸੇ ਨੂੰ ਝਟਕਾ ਕਰਨ ਦੀ ਮਰਿਆਦਾ ਦਿੱਤੀ। ਅੱਜ ਭਾਵੇਂ ਸਾਡੇ ਵਿੱਚ ਕਈ ਝਟਕੇ ਦੇ ਨਾਂ ਤੋਂ ਬੜੇ ਟੱਪਦੇ ਆ ਵੀ ਖਾਲਸਾ ਅਖੇ ਜੀ ਪੂਰਾ ਹੀ ਵੈਸ਼ਨੂੰ ਬਣਾ ਦਿਓ। ਖਾਲਸਾ ਵੈਸ਼ਨੂੰ ਨਹੀਂ ਹੈ, ਖਾਲਸਾ ਝਟਕਾ ਕਰਕੇ ਛਕਦਾ ਸੀਗਾ। ਠੀਕ ਹੈ ਵੀ ਕੋਈ ਸਾਧੂ ਬਿਰਤੀ ਵਾਲਾ ਨਾ ਛਕੇ, ਨਾਮ ਜਪਦਾ, ਉਹ ਨਾ ਛਕੇ, ਉਹਨੂੰ ਮਨਾ ਨਹੀਂ, ਉਹਨੂੰ ਮਜਬੂਰ ਨਹੀਂ ਕਰਨਾ। ਪਰ ਜਿਹੜੇ ਮੁਸਲਮਾਨਾਂ ਦਾ ਖਾਣਾ, ਤੁਰਕਾਂ ਦਾ, ਉਹ ਬੜੀ ਵੱਡੀ ਬੱਜਰ ਕੁਰੈਤ ਹੈ। ਅੱਜ ਦੇਖੋ 2% ਰਹਿ ਗਏ ਜਿਹੜੇ ਖਾਂਦੇ ਨਹੀਂ। ਚੰਗੀ ਗੱਲ ਹੈ ਨਾ ਖਾਣ, ਪਰ ਜਿਹੜੇ 98% ਨੇ ਉਹ ਮੁਸਲਮਾਨਾਂ ਤੋਂ ਲੈ ਕੇ ਖਾਂਦੇ ਆ। ਕਿਉਂਕਿ ਅਸੀਂ ਉਹਨਾਂ ਵਾਸਤੇ ਕੋਈ ਵਿਵਸਥਾ ਹੀ ਨਹੀਂ ਕੀਤੀ, ਕੋਈ ਸਿਸਟਮ ਹੀ ਨਹੀਂ ਦੱਸਿਆ। ਆਪਣੇ ਗ੍ਰੰਥਾਂ ਦੀ ਸਿੱਖਿਆ ਬੰਦ ਕਰ ਦਿੱਤੀ, ਦੱਬ ਦਿੱਤੀ। ਇੱਦਾਂ ਹੀ ਮੁਸਲਮਾਨਾਂ ਨੇ ਕੀਤਾ, ਹਿੰਦੂਆਂ ਦੀਆਂ ਮਾਸ ਖਾਣ ਦੀਆਂ ਦੁਕਾਨਾਂ ਝਟਕੇ ਦੀਆਂ ਬੰਦ ਕਰਤੀਆਂ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ਖੋਲ੍ਹਤੀਆਂ। ਇੱਥੋਂ ਮੁਸਲਮਾਨੀ ਮਾਸ ਲੈ ਕੇ ਖਾਣਾ। ਜਦੋਂ ਉੱਤੇ ਕਲਮਾ ਪੜ੍ਹਿਆ, ਬਿਸਮਿਲ੍ਲਾਹਿਰ ਰਹਿਮਾਨ ਰਹੀਮ ਪੜ੍ਹ ਕੇ ਛੁਰੀ ਫੇਰੀ ਹੈ, ਉਹ ਖਾਓਗੇ, ਉਹਦੇ 'ਤੇ ਅਸਰ ਤਾਂ ਹੋਣਾ ਹੀ ਹੈ ਨਾ। ਇੱਦਾਂ ਫਿਰ ਔਰੰਗਜ਼ੇਬ ਨੇ ਨੀਤੀ ਬਣਾਈ। ਜਿੱਥੇ ਜਿੱਥੇ ਵੀ ਉਹ ਕਰ ਸਕਦਾ ਸੀਗਾ, ਬਾਜ਼ਾਰਾਂ ਵਿੱਚ ਕੱਪੜੇ ਧੋਣ ਵਾਲਿਆਂ ਤੱਕ, ਨਾਈਆਂ ਤੱਕ, ਸਾਰੇ ਉਹਨੇ ਮੁਸਲਮਾਨ ਹੀ ਲਾ ਦਿੱਤੇ ਹਨ। ਲਿਖ ਲਿਖ ਪਟਤ ਭਏ ਪਰਵਾਨੇ। ਅਤੇ ਥਾਂ ਥਾਂ 'ਤੇ ਪਰਵਾਨੇ ਹੁਕਮ ਲਿਖ ਕੇ ਭੇਜਿਆ ਔਰੰਗਜ਼ੇਬ ਨੇ। ਸੂਬੇਦਾਰ ਸਰਹੰਦ ਦੇ ਸੂਬੇ ਨੂੰ, ਲਾਹੌਰ ਦੇ ਸੂਬੇ ਨੂੰ, ਕਸ਼ਮੀਰ ਦੇ ਸੂਬੇ ਨੂੰ, ਮੁਲਤਾਨ ਦੇ ਸੂਬੇ ਨੂੰ, ਹਿੰਦੁਸਤਾਨ ਦੇ ਜਿੰਨੇ ਸੂਬੇ 22 ਸੂਬੇ ਸੀ, 22 ਸੂਬਿਆਂ 'ਚ ਕਾਨੂੰਨ ਬਣਾ ਕੇ ਭੇਜਿਆ, ਆਰਡੀਨੈਂਸ ਜਾਰੀ ਕੀਤਾ ਬਈ ਹਿੰਦੂਆਂ ਨੂੰ ਦਬਾਇਆ ਜਾਵੇ, ਉਹਨਾਂ ਦੀਆਂ ਦੁਕਾਨਾਂ, ਕਾਰੋਬਾਰ, ਬਿਜ਼ਨਸ ਸਭ ਬੰਦ ਕੀਤਾ ਜਾਵੇ। ਮੁਸਲਮਾਨੀ ਖਾਣਾ, ਮੁਸਲਮਾਨੀ ਪਹਿਰਾਵਾ, ਮੁਸਲਮਾਨੀ ਬੋਲੀ, ਮੁਸਲਮਾਨੀ ਪੜ੍ਹਾਈ ਸਕੂਲਾਂ ਵਿੱਚ ਕਰਾਈ ਜਾਵੇ। ਜਹ ਕਹ ਸੂਬਨ ਕੇਰ ਟਿਕਾਣੇ। ਜਿੱਥੇ ਜਿੱਥੇ ਸੂਬਿਆਂ ਦੇ ਟਿਕਾਣੇ ਸੀਗੇ, ਲਾਹੌਰ ਦਾ ਸੂਬਾ, ਜਲੰਧਰ ਦਾ ਸੂਬਾ, ਸਰਹੰਦ ਦਾ ਸੂਬਾ, ਕਸ਼ਮੀਰ ਦਾ ਸੂਬਾ, ਉਹ ਸਾਰੇ ਸੂਬਿਆਂ ਦੇ ਵਿੱਚ ਇਹੀ ਕਾਨੂੰਨ ਲਾਗੂ ਕੀਤਾ ਗਿਆ। ਪੁਰੀ ਸਰਹੰਦ ਲਾਹੌਰ ਪਠਾਏ। ਔਰ ਸਰਹੰਦ ਅਤੇ ਲਾਹੌਰ ਦੇ ਸੂਬਿਆਂ ਕੋਲ ਖਾਸ ਹੁਕਮ ਆਇਆ ਵੀ ਪੰਜਾਬ ਦੇ ਵਿੱਚ ਜਿੰਨੇ ਹਿੰਦੂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਤੰਗ ਕਰੋ,
ਇਹਨਾਂ ਦਾ ਪਹਿਰਾਵਾ ਵੀ ਮੁਸਲਮਾਨਾਂ ਵਾਲਾ ਕਰਾਓ, ਇਹਨਾਂ ਦਾ ਖਾਣਾ ਵੀ ਮੁਸਲਮਾਨਾਂ ਵਾਲਾ ਕਰਾਓ। कश्मीर को पुनः पठाए। ਫਿਰ ਉਹਨੇ ਕਸ਼ਮੀਰ ਦੇ ਵਿੱਚ ਹੁਕਮਨਾਮੇ ਭੇਜੇ ਕਿ ਕਸ਼ਮੀਰ ਦਾ ਸੂਬਾ ਸ਼ੇਰ ਅਫਗਾਨ ਸੀਗਾ, ਉਹਦੇ ਕੋਲ ਵੀ ਇਹ ਆਰਡੀਨੈਂਸ ਪਹੁੰਚਿਆ पुर मुल्तान पठावन करे। ਤੇ ਮੁਲਤਾਨ ਦੇ ਸੂਬੇਦਾਰ ਨੂੰ ਵੀ ਇਹ ਹੁਕਮ ਪਹੁੰਚਿਆ सुन सिन हिंद त्रास उर भरे। ਬਈ ਸਾਰੀਆਂ ਹਿੰਦੂਆਂ ਦੀਆਂ ਝਟਕੇ ਦੀਆਂ ਦੁਕਾਨਾਂ ਬੰਦ, ਉੱਥੇ ਹਲਾਲੀ ਦਾ ਮਾਸ ਵਿਕੇਗਾ। ਤੇ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਲਿਖਿਆ ਨਾ ਆਸਾ ਦੀ ਵਾਰ ਵਿੱਚ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ। ਹਿੰਦੂ ਕਹਿੰਦੇ ਅਸੀਂ ਹਿੰਦੂ ਹਾਂ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਹਿੰਦੂ ਕਿੱਧਰੋਂ ਰਹਿ ਗਏ, ਹਲਾਲ ਦਾ ਤਾਂ ਤੁਸੀਂ ਮਾਸ ਖਾਂਦੇ ਹੋ, ਮੁਸਲਮਾਨਾਂ ਦਾ ਅਪਾਖਿਆ। ਮੈਨੇ ਉਹਨਾਂ ਦੀ ਕਲਮਾ ਪੜ੍ਹ ਕੇ, ਉਹਨਾਂ ਦੀ ਬੋਲੀ, ਉਹਨਾਂ ਦੇ ਬਾਣੀ ਪੜ੍ਹ ਕੇ, ਜਿਹੜਾ ਬੱਕਰਾ ਕੁੱਠਿਆ ਗਿਆ, ਕੋਇਆ ਗਿਆ ਛੁਰੀ ਦੇ ਨਾਲ, ਉਹ ਤੁਸੀਂ ਖਾ ਲੈਂਦੇ ਹੋ, ਸ਼ਰਮ ਨਹੀਂ ਕਰਦੇ, ਕਹਿੰਦੇ ਅਸੀਂ ਹਿੰਦੂ ਹਾਂ। ਤੋ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ। ਪਹਿਰਾਵਾ ਵੀ ਹਿੰਦੂ ਮੁਸਲਮਾਨਾਂ ਦਾ, ਖਾਣਾ ਵੀ ਮੁਸਲਮਾਨਾਂ ਦਾ, ਪੜ੍ਹਾਈ ਲਿਖਾਈ ਵੀ ਮੁਸਲਮਾਨਾਂ ਦੀ ਜਾਰੀ ਕਰ ਦਿਓ। लिख पूरब को पुनः पठाए। ਫਿਰ ਉਹਨੇ ਪੂਰਬ ਦੇ ਬੰਗਾਲ ਦੇ ਵਿੱਚ, ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਹਿੰਦੂਆਂ ਦੇ ਉੱਤੇ ਆਰਡੀਨੈਂਸ ਜਾਰੀ ਕੀਤਾ। केतक गिनियह पुर समुदाय। ਹਿੰਦੁਸਤਾਨ ਦੇ 22 ਸੂਬਿਆਂ ਵਿੱਚ, ਸਾਰੇ ਜ਼ਿਲ੍ਹਿਆਂ ਵਿੱਚ ਇਹੀ ਹੁਕਮ ਪਹੁੰਚ ਗਿਆ ਵੀ ਕੋਈ ਵੀ ਹਿੰਦੂਆਂ ਦਾ ਸਕੂਲ ਨਹੀਂ ਰਹਿਣ ਦੇਣਾ, ਹਿੰਦੂਆਂ ਦੀ ਕੋਈ ਪੜ੍ਹਾਈ ਨਹੀਂ ਰਹਿਣ ਦੇਣੀ, ਉਹਨਾਂ ਦੀ ਬੋਲੀ ਨਹੀਂ ਰਹਿਣ ਦੇਣੀ, ਉਹਨਾਂ ਦਾ ਪਹਿਨਣਾ ਪਹਿਰਾਵਾ ਨਹੀਂ ਰਹਿਣ ਦੇਣਾ, ਉਹਨਾਂ ਦਾ ਖਾਣਾ ਵੀ ਨਹੀਂ ਰਹਿਣ ਦੇਣਾ। ਸਾਧ ਸੰਗਤ ਜੀ, ਆਪਾਂ ਅੱਜ ਦੇਖੀਏ ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ। ਸਾਡੀ ਬੋਲੀ ਵੀ ਖੋਹ ਲਈ ਸਾਥੋਂ, ਸਾਡਾ ਪਹਿਰਾਵਾ ਵੀ ਖੋਇਆ ਜਾ ਰਿਹਾ। ਸਾਡੇ ਗੁਰੂ ਦੀ ਬਾਣੀ ਪੜ੍ਹਨ ਜੋਗੇ ਸਾਡੇ ਬੱਚੇ ਨਹੀਂ ਰਹੇ। ਉਹਨਾਂ ਬੱਚਿਆਂ ਨੂੰ ਜਦੋਂ ਗੁਰਬਾਣੀ ਪੜ੍ਹਾਉਂਦੇ ਹਾਂ ਸਮਝ ਹੀ ਨਹੀਂ ਆਉਂਦੀ ਉਹਨਾਂ ਨੂੰ। ਕਿਉਂ? ਉਹਨਾਂ ਨੂੰ ਸਕੂਲ ਦੇ ਵਿੱਚ ਪਹਿਲਾਂ ਹੀ ABC ਪੜ੍ਹਾਈ ਹੁੰਦੀ ਹੈ, ਊੜੇ ਦੀ ਕੀ ਸਮਝ ਆਉਣੀ ਹੈ। ਸਾਰਾ ਕੁਝ ਬਦਲ ਜਾਂਦਾ। ਇਹ ਔਰੰਗਜ਼ੇਬ ਦੀ ਨੀਤੀ ਸੀਗੀ, ਸਾਰੇ ਹਿੰਦੂਆਂ ਨੂੰ ਖਤਮ ਕਰਨ ਲਈ, ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਮਜਬੂਰ ਕਰ ਦਿੱਤਾ ਗਿਆ। ਹਾਂਜੀ, ਜਿਸ ਜਿਸ ਥਲ ਤੁਰਕਨ ਕਹ ਰਾਜ। ਜਿੱਥੇ ਜਿੱਥੇ ਤੁਰਕਾਂ ਦਾ ਰਾਜ ਹੈ, ਜਿੱਥੇ ਜਿੱਥੇ ਤੁਰਕਾਂ ਦਾ ਹੁਕਮ ਚੱਲਦਾ ਹੈ, ਤਹ ਤਹ ਕਰਿਓ ਤਸੀ ਬਿਦ ਕਾਜ। ਉਥੇ ਉਥੇ ਖਾਲਸਾ ਜੀ ਇਹਨਾਂ ਨੇ ਆਪਣਾ ਕਾਨੂੰਨ ਲਾਗੂ ਕਰਤਾ। ਮੁਸਲਮਾਨਾਂ ਨੇ ਆਪਣੀ ਪਬਲਿਕ ਜਿਹੜੀ ਹਿੰਦੂ ਸੀਗੀ ਉਹਨਾਂ ਨੂੰ ਸੁਣਾਤਾ ਵੀ ਦੇਖੋ ਵੀ ਅੱਜ ਤੋਂ ਬਾਅਦ ਤੁਸੀਂ ਇੱਦਾਂ ਦਾ ਪਹਿਰਾਵਾ, ਇੱਦਾਂ ਦਾ ਖਾਣਾ, ਇੱਦਾਂ ਦਾ ਡਿਸਿਪਲਿਨ ਰੱਖਣਾ। ਜਿਹੜਾ ਕੋਈ ਮੁਸਲਮਾਨ ਬਣੇ ਉਹਨੂੰ ਬੜੀਆਂ ਸਹੂਲਤਾਂ ਮਿਲਣਗੀਆਂ। ਲਾਲਚ ਵੀ ਦਿੱਤੇ ਹਨ, ਡਰਾਵੇ ਵੀ ਦਿੱਤੇ ਹਨ। ਹਿੰਦੂਨੀ ਬਾਰ ਬਧੂ ਸਭ ਬਰਜੀ। ਜਿੰਨੀਆਂ ਵੇਸ਼ਵਾਵਾਂ ਸਨ ਕੋਠਿਆਂ ਤੇ ਨਾਚ ਗਾਣਾ ਕਰਨ ਵਾਲੀਆਂ, ਹਿੰਦੂ ਸਭ ਬੰਦ ਕਰਤੀਆਂ, ਰੋਕ ਦਿੱਤੀਆਂ ਵੀ ਤੁਸੀਂ ਨਹੀਂ ਗਾਣਾ, ਤੁਸੀਂ ਨਹੀਂ ਕਿਸੇ ਗਾਹਕ ਨੂੰ ਮਿਲਣਾ। ਤੇ ਹਿੰਦੂਆਣੀਆਂ ਦੀ ਥਾਂ ਤੇ ਮੁਸਲਮਾਨੀਆਂ ਵੇਸ਼ਵਾਵਾਂ ਲਾ ਦਿੱਤੀਆਂ। ਤੁਰਕਨ ਕਰੀ ਸ਼ਾਹ ਲਖ ਮਰਜੀ। ਤੇ ਉਹਨਾਂ ਨੂੰ ਬਾਦਸ਼ਾਹ ਦੇ ਹੁਕਮ ਅਨੁਸਾਰ ਸਾਰੇ ਕੋਠਿਆਂ ਦੇ ਵਿੱਚ ਜਿੱਥੇ ਵੇਸ਼ਵਾਵਾਂ ਦੀਆਂ ਮੰਡੀਆਂ ਹਨ, ਬਾਜ਼ਾਰ ਹਨ, ਨਾਚ ਗਾਣਾ ਕਰਦੀਆਂ, ਵਿਸ਼ੇ ਵਿਕਾਰਾਂ ਪੁਰਸ਼ਾਂ ਨੂੰ ਮਿਲਦੀਆਂ, ਉਹ ਸਭ ਮੁਸਲਮਾਨੀਆਂ ਲਾ ਦਿੱਤੀਆਂ। ਅਪਰ ਕਾਰਖਾਨੇ ਸਭ ਜਈ। ਹੋਰ ਜਿਹੜੇ ਕਾਰਖਾਨੇ ਨੇ, ਕੱਪੜੇ ਦੇ ਕਾਰਖਾਨੇ ਨੇ, ਜਾਂ ਕੋਈ ਚਮੜੇ ਦੇ ਕਾਰਖਾਨੇ ਨੇ, ਜਾਂ ਕੋਈ ਲੱਕੜੀ ਦੇ ਕਾਰਖਾਨੇ ਨੇ, ਜਾਂ ਕੋਈ ਲੋਹੇ ਦੇ ਕਾਰਖਾਨੇ ਨੇ, ਜਾਂ ਹੋਰ ਕੋਈ ਚੀਜ਼ਾਂ ਬਣਨ ਦੇ ਜਿਹੜੇ ਕਾਰਖਾਨੇ ਹਨ, ਜਹ ਕਹਿ ਤੁਰਕਨ ਸਾਂਭੇ ਤੇਈ। ਉਹ ਮੁਸਲਮਾਨਾਂ ਨੇ ਸਾਂਭ ਲਏ ਹਨ। ਸਰਕਾਰ ਨੇ ਆਪਣੇ ਅਧੀਨ ਕਰ ਲਏ। ਜੇ ਕਿਸੇ ਹਿੰਦੂ ਦਾ, ਕਿਸੇ ਲਾਲੇ ਦਾ, ਕਿਸੇ ਸੇਠ ਦਾ, ਅਮੀਰ ਬੰਦੇ ਦਾ ਕਾਰਖਾਨਾ, ਉਹਦੇ 'ਤੇ ਟੈਕਸ ਹੀ ਇੰਨਾ ਲਾਤਾ ਵੀ ਉਹਦੇ ਕੋਲ ਟੈਕਸ ਹੀ ਨਾ ਦਿੱਤਾ ਜਾਵੇ, ਆਪੇ ਹੀ ਹੱਥ ਖੜੇ ਕਰ ਦੇਗਾ। ਤੋ ਇਸ ਤਰੀਕੇ ਨਾਲ ਹਿੰਦੂਆਂ ਨੂੰ ਪਰੇਸ਼ਾਨ ਕੀਤਾ ਗਿਆ। ਝਗਰਤ ਰਿਸ ਕਰ ਸੰਗ ਜੇ ਭਰਾਤ। ਕਹਿੰਦੇ ਜਿਹੜੇ ਤੁਰਕ ਸੀਗੇ ਉਹਨਾਂ ਨੇ ਹਿੰਦੂਆਂ ਨੂੰ ਆਪਸ 'ਚ ਲੜਨ ਤੇ ਮਜਬੂਰ ਕਰਤਾ। ਹਾਂਜੀ, ਜੇ ਸਭ ਤੇ ਲਗ ਪਰ ਜੋ ਜਾਤ। ਕਹਿੰਦੇ ਜਿਹੜਾ ਸਾਰਿਆਂ ਤੋਂ ਛੋਟਾ ਪੈ ਜਾਂਦਾ, ਕਮਜ਼ੋਰ ਪੈ ਜਾਂਦਾ, ਸੋ ਤਤਕਾਲ ਤੁਰਕ ਮਤ ਧਰੈ। ਉਹ ਕਹਿੰਦਾ ਆਪਾਂ ਕੀ ਲੈਣਾ ਹਿੰਦੂਆਂ ਤੋਂ, ਰੋਟੀ ਖਾਣੀ, ਭੁੱਖੇ ਮਰਦੇ, ਮੁਸਲਮਾਨ ਬਣ ਜਾਂਦੇ ਆ। ਜੇ ਮੰਨ ਲਓ ਦੋ ਭਰਾ ਲੜ ਪਏ,
ਇੱਕ ਭਰਾ ਦੀ ਇੰਨੀ ਮਦਦ ਕੀਤੀ ਹਿੰਦੂ ਦੀ, ਇੱਕ ਹਿੰਦੂ ਨੂੰ ਵਿਚਾਰੇ ਨੂੰ ਇੰਨਾ ਜਲੀਲ ਕਰਤਾ ਵੀ ਉਹ ਡਰ ਗਿਆ ਵੀ ਮੇਰੇ ਤੇ ਕੋਈ ਕਿਤੇ ਕੋਰਟ ਕਚਹਿਰੀ 'ਚ ਕੋਈ ਸੁਣਦਾ ਹੀ ਕੋਈ ਨਹੀਂ। ਉਹ ਫਿਰ ਮੁਸਲਮਾਨ ਬਣ ਜਾਂਦਾ ਵੀ ਹੁਣ ਮੇਰੀ ਸੁਣੇਗੀ। ਕਈ ਲੋਕ ਨਾ ਆਪਣੇ ਭਰਾਵਾਂ ਦੀ ਜਿੱਦ ਵਿੱਚ ਦੂਜਾ ਧਰਮ ਲੈ ਲੈਂਦੇ ਆ, ਅਜੇ ਵੀ ਹੈ। ਦੋ ਸਿੱਖ ਲੜ ਪੈਂਦੇ ਨਾ, ਤੇ ਉਹ ਇੱਕ ਕਹਿੰਦਾ ਵੀ ਇਹ ਸਿੱਖ ਤੇ ਮੈਂ ਮੁਸਲਮਾਨ ਬਣ ਜਾਂਦਾ, ਮੈਂ ਹਿੰਦੂ ਬਣ ਜਾਂਦਾ, ਮੈਂ ਕੋਈ ਹੋਰ ਈਸਾਈ ਬਣ ਜਾਂਦਾ, ਮੈਂ ਇਹਨੂੰ ਢਾਣਾ। ਉਹ ਇਸ ਤਰੀਕੇ ਦੇ ਨਾਲ ਵੀ ਦੋ ਹਿੰਦੂਆਂ ਦੇ ਵਿੱਚ ਲੜਾਈ ਕਰਾ ਦੇਣੀ ਭਰਾਵਾਂ ਦੇ, ਤੇ ਇੱਕ ਦੀ ਮਦਦ ਕਰਨੀ ਹਿੰਦੂ ਦੀ, ਤੇ ਜਿਹਦੀ ਮਦਦ ਨਹੀਂ ਕਰਨੀ ਉਹਨੇ ਪੈ ਜਾਣਾ ਕਮਜ਼ੋਰ। ਉਹਨੇ ਦੇਖਣਾ ਵੀ ਮੇਰੀ ਹੁਣ ਕੋਈ ਹੈਲਪ ਨਹੀਂ ਕਰਦਾ, ਮੇਰੇ ਨਾਲ ਕੋਈ ਖੜਦਾ ਨਹੀਂ, ਮੈਂ ਇਹਨਾਂ ਹਿੰਦੂਆਂ ਤੋਂ ਕੀ ਲੈਣਾ, ਮੈਂ ਮੁਸਲਮਾਨ ਬਣ। ਉਹਨੇ ਜਾ ਕੇ ਕਾਜੀ ਕੋਲੋਂ ਕਲਮਾ ਪੜ੍ਹਦਾ ਨਹੀਂ, ਫਿਰ ਉਹਦਾ ਪੈਰ ਉੱਤੇ ਹੋ ਜਾਣਾ, ਉਹਦਾ ਹੱਥ ਉੱਤੇ ਹੋ ਜਾਣਾ। ਇਸ ਤਰ੍ਹਾਂ ਦੀ ਇਹ ਨੀਤੀ ਔਰੰਗਜ਼ੇਬ ਨੇ ਕੋਰਟਾਂ ਕਚਹਿਰੀਆਂ ਵਿੱਚ ਵੀ, ਥਾਣਿਆਂ ਵਿੱਚ ਵੀ ਇਹੀ ਸਿਸਟਮ ਸ਼ੁਰੂ ਕਰ ਦਿੱਤਾ। ਕਲਮਾ ਪਠਹਿ ਸ਼ਰ੍ਹਾ ਮਹਿ ਪਰੈ। ਜੇ ਉਹ ਕਲਮਾ ਪੜ੍ਹ ਲਵੇ, ਸ਼ਰ੍ਹਾ 'ਚ ਆ ਜਾਵੇ, ਮੁਸਲਮਾਨ ਬਣ ਜਾਵੇ, ਤੇ ਫਿਰ ਉਹਦੀ ਜੈ ਜੈਕਾਰ ਹੈ। ਉਹ ਤਗੜਾ ਹੋ ਜਾਂਦਾ। ਜਿਹੜਾ ਮਾੜਾ ਹੁੰਦਾ ਸੀ ਪਹਿਲਾਂ, ਬਾਅਦ 'ਚ ਉਹ ਮੁਸਲਮਾਨ ਬਣ ਕੇ ਤਕੜਾ ਹੋ ਜਾਂਦਾ ਸੀ। ਸਭ ਤੇ ਜੀਤਹਿ ਝਗੜਾ ਸੋਏ। ਕਹਿੰਦੇ ਸਾਰਿਆਂ ਤੋਂ ਝਗੜਾ ਜਿੱਤ ਜਾਂਦਾ ਸੀ। ਹਾਰਹਿ ਹਿੰਦੂ ਰਹਿ ਜੇ ਕੋਏ। ਕਹਿੰਦੇ ਹਿੰਦੂ ਜਿਹੜੇ ਸੀਗੇ ਉਹ ਹਾਰ ਜਾਂਦੇ ਸੀ, ਤੇ ਜਿਹੜੇ ਮੁਸਲਮਾਨ ਬਣਦੇ ਸੀ ਉਹ ਮੁਕੱਦਮਾ ਜਿੱਤ ਜਾਂਦੇ ਸੀ। ਦਰਬ ਲੋਭ ਤੇ ਕੇਤਕ ਬਨ ਹੈ। ਕਹਿੰਦੇ ਪੈਸੇ ਦੇ ਲਾਲਚ ਵਿੱਚ ਕਈ ਮੁਸਲਮਾਨ ਬਣ ਜਾਂਦੇ ਸੀ। ਹਿੰਦੂਆਂ 'ਚ ਗਿਰਾਵਟ ਵੀ ਬੜੀ ਆਈ। ਉਹ ਗਿਰਾਵਟ ਕਈ ਕਿਸਮ ਦੀ ਸੀ। ਇੱਕ ਤਾਂ ਮੁਕੱਦਮਾ ਜਿੱਤਣ ਲਈ ਮੁਸਲਮਾਨ ਬਣਦਾ, ਵੀ ਸ਼ਰੀਕ ਮੈਨੂੰ ਹਰਾ ਦੇਗਾ, ਜੇ ਮੈਂ ਮੁਸਲਮਾਨ ਬਣ ਗਿਆ ਮੈਂ ਜਿੱਤ ਜਾਂਗਾ, ਮੈਂ ਆਪਣੇ ਸ਼ਰੀਕ ਨੂੰ ਹਰਾ ਦਿਆਂਗਾ। ਇੱਕ ਕਹਿੰਦਾ ਵੀ ਪੈਸਾ ਮਿਲਦਾ, ਨੌਕਰੀ ਮਿਲਦੀ ਹੈ, ਬੱਚਿਆਂ ਦੀ ਪੜ੍ਹਾਈ ਲਿਖਾਈ ਹੈ, ਉਹ ਮੁਸਲਮਾਨ ਬਣ ਜਾਂਦੇ ਸਨ। ਕੋ ਵਿਆਹਨ ਕੇ ਚਗਰੇ ਮਨ ਹੈ। ਤੇ ਕਈ ਵਿਆਹ ਕਰਾਉਣ ਵਾਸਤੇ ਮੁਸਲਮਾਨ ਬਣ ਜਾਂਦੇ। ਉਹ ਕਹਿੰਦੇ ਵੀ ਮੁਸਲਮਾਨ ਦੀ ਕੁੜੀ ਨਾਲ ਵਿਆਹ ਕਰਾਉਣਾ, ਉਹ ਕਹਿੰਦਾ ਮੈਂ ਕਰ ਤੇ ਦਿਆਂਗਾ ਤੇਰੇ ਨਾਲ, ਪਰ ਤੈਨੂੰ ਮੁਸਲਮਾਨ ਬਣਨਾ ਪਏਗਾ। ਉਹ ਕਹਿੰਦਾ ਚੱਲ ਆਪਾਂ ਕੀ ਲੈਣਾ ਹਿੰਦੂ ਧਰਮ ਤੋਂ, ਆਪਾਂ ਮੁਸਲਮਾਨ ਬਣ ਜਾਂਦੇ ਹਾਂ। ਕਈ ਵਿਆਹਾਂ ਦੇ ਵਿੱਚ ਮੁਸਲਮਾਨ ਬਣ ਜਾਂਦੇ ਸੀ। ਇਸੀ ਰੀਤ ਬਹੁ ਦੇਸ਼ਨ ਬੀਚ। ਇਸ ਤਰ੍ਹਾਂ ਹਿੰਦੁਸਤਾਨ ਦੇ 22 ਸੂਬਿਆਂ ਵਿੱਚ ਔਰੰਗਜ਼ੇਬ ਦੀ ਨੀਤੀ ਨੇ ਕੰਮ ਕੀਤਾ। ਆ ਜਿੰਨੇ ਪਾਕਿਸਤਾਨ 'ਚ ਮੁਸਲਮਾਨ ਬੈਠੇ ਆ, ਪਾਕਿਸਤਾਨ 'ਚ ਅੱਜ ਕੱਲ੍ਹ 17-18 ਕਰੋੜ ਜਾਂ ਇਸ ਥੋੜ੍ਹਾ ਜਿਹਾ ਵੱਧ ਘੱਟ ਮੁਸਲਮਾਨ ਹੈ। ਜੰਮੂ ਕਸ਼ਮੀਰ ਮੁਸਲਮਾਨਾਂ ਨਾਲ ਭਰਿਆ ਪਿਆ। ਯੂਪੀ, ਬਿਹਾਰ, ਬੰਗਾਲ ਔਰ ਦੱਖਣ ਭਾਰਤ, ਹਿੰਦੁਸਤਾਨ 'ਚ 35-40 ਕਰੋੜ ਹੁਣ ਮੁਸਲਮਾਨਾਂ ਦੀ ਗਿਣਤੀ ਹੋ ਚੱਲੀ ਹੈ। ਇਹ ਸਾਰੇ ਹੀ ਹਿੰਦੂਆਂ ਤੋਂ ਹੀ ਮੁਸਲਮਾਨ ਬਣੇ ਆ। ਕੋਈ ਨਾ ਜੋ ਅਰਬ 'ਚੋਂ ਆਇਆ ਮੁਸਲਮਾਨ ਨਹੀਂ ਹੈ। ਇਹ ਤੇ ਸਾਰੇ ਹਿੰਦੂ ਹੀ ਮੁਸਲਮਾਨ ਬਣੇ ਜਿਹੜੇ ਹਿੰਦੁਸਤਾਨ 'ਚ ਬੈਠੇ ਹੋਏ ਨੇ ਅੱਜ। ਕੁਝ ਔਰੰਗਜ਼ੇਬ ਨੇ ਬਣਾਏ ਨੇ, ਕੁਝ ਪਹਿਲੇ ਬਾਦਸ਼ਾਹਾਂ ਨੇ ਵੀ ਬਣਾਏ ਨੇ। ਤਾਂ ਉਹ ਕਹਿੰਦੇ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨ ਬਣੀ ਜਾਂਦੇ ਹਨ। ਹਿੰਦੂ ਧਾਰਹਿ ਮਤੋ ਜੋ ਨੀਚ। ਜੇ ਕੋਈ ਹਿੰਦੂ ਧਰਮ ਧਾਰਨ ਕਰਕੇ ਰੱਖਣਾ ਚਾਹਵੇ, ਉਹਨੂੰ ਨੀਵਾਂ ਸਮਝਿਆ ਜਾਂਦਾ ਸੀ। ਕਹਿੰਦੇ ਇਹਨੂੰ ਕੀ ਮਿਲਣਾ ਵਿਚਾਰਾ, ਇਹ ਤਾਂ ਹਿੰਦੂ ਹੈ, ਵਿਚਾਰਾ ਕਹਿੰਦੇ ਸੀ। ਹਾਂਜੀ, ਲੋਭ ਪਦਾਰਥ ਕੋ ਉਰ ਧਰ ਕੇ। ਤੇ ਜਿਹੜੇ ਹਿੰਦੂਆਂ ਵਿੱਚ ਨੀਵੀਆਂ ਜਾਤਾਂ ਦੇ ਲੋਕ ਸਨ, ਉਹ ਕਹਿੰਦੇ ਆਪਾਂ ਨੂੰ ਹਿੰਦੂਆਂ ਨੇ ਕੀ ਦਿੱਤਾ, ਆਪਾਂ ਮੁਸਲਮਾਨ ਬਣ ਜਾਂਦੇ ਹਾਂ, ਉੱਥੇ ਸਾਨੂੰ ਨੌਕਰੀ ਮਿਲੇਗੀ, ਸਾਨੂੰ ਪੜ੍ਹਾਈ ਲਿਖਾਈ ਮਿਲੇਗੀ। ਜਿਹੜਾ ਨੂੰ ਹਿੰਦੂ ਬਾਹਮਣ ਛੋਟਾ ਸਮਝਦੇ ਸੀ, ਸ਼ੂਦਰ ਸਮਝਦੇ ਸੀ, ਤਿਰਸਕਾਰ ਕਰਦੇ ਸੀ, ਉਹ ਵੀ ਆਪਣੀ ਬਰਾਦਰੀ ਦੀ ਜਾਤ ਪਾਤ ਦੀ ਨਫ਼ਰਤ ਤੋਂ ਤੰਗ ਆ ਕੇ ਮੁਸਲਮਾਨ ਬਣ ਜਾਂਦੇ ਸੀ। ਮੁਸਲਮਾਨ ਹੋਏ ਕਲਮਾ ਪੜ੍ਹ ਕੇ। ਉਹ ਮੁਸਲਮਾਨ ਬਣ ਜਾਂਦੇ ਕਲਮਾ ਪੜ੍ਹ ਕੇ। ਸ਼ਾਸਤਰਨ ਤੇ ਸੋ ਜੀਵ ਕਾ ਹਟੀ। ਕਹਿੰਦੇ ਹੁਣ ਜਿਨ੍ਹਾਂ ਦੀ ਸ਼ਾਸਤਰਾਂ ਤੋਂ ਭਾਵ ਵੇਦ ਸ਼ਾਸਤਰ ਪੜ੍ਹ ਕੇ ਰੋਟੀ ਚੱਲਦੀ ਸੀ, ਉਹਨਾਂ ਦੀ ਬੰਦ ਹੋ ਗਈ। ਆ ਸਾਧ ਸੰਗਤ ਜੀ, ਪਿੱਛੇ ਜੀ ਸਾਡੇ 'ਚ ਕਈ ਪ੍ਰਚਾਰਕ ਕਹਿੰਦੇ ਆ ਜਿਹੜੇ ਅਖੰਡ ਪਾਠ ਹੁੰਦੇ ਨੇ ਬੰਦ ਕਰਾਉਣੇ ਚਾਹੀਦੇ ਗੁਰਦੁਆਰਿਆਂ 'ਚ। ਲੜੀਆਂ ਗੁਰਦੁਆਰਿਆਂ ਵਿੱਚ ਜਿਹੜੀ ਆ ਮਾਇਆ ਦਿੰਦੇ, ਉਹ ਲੰਗਰਾਂ ਦੀ ਬੰਦ ਕਰ ਦਿਓ। ਕਿਉਂ ਕਹਿੰਦੇ ਆ ਭਲਾ? ਉਹ ਕਹਿੰਦੇ ਆ ਵੀ ਗੁਰਦੁਆਰਿਆਂ ਵਿੱਚ ਜਿਹੜੀ ਆਮਦਨ ਹੋਵੇਗੀ ਬੰਦ ਹੋ ਜਾਏਗੀ, ਆਪੇ ਹੀ ਗੁਰਦੁਆਰੇ ਬੰਦ ਹੋ ਜਾਣਗੇ। ਕਿਉਂਕਿ ਗੁਰੂ ਘਰ ਦੇ ਜਿਹੜੇ ਬਿਜਲੀਆਂ ਦੇ ਬਿੱਲ ਨੇ, ਲੰਗਰਾਂ ਦੇ ਖਰਚੇ ਨੇ, ਸੰਗਤ ਹੀ ਦਿੰਦੀ ਹੈ ਨਾ। ਜੇ ਅਖੰਡ ਪਾਠ ਸਾਹਿਬ ਕੋਈ ਕਰਾਉਂਦਾ, ਉੱਥੇ ਜਿਹੜੇ ਗ੍ਰੰਥੀ ਭਾਈ ਜੀ, ਰਾਗੀ ਢਾਡੀ ਰਹਿੰਦੇ, ਉਹਨਾਂ ਦਾ ਵੀ ਪ੍ਰਸ਼ਾਦਾ ਪਾਣੀ ਚੱਲਦਾ।
ਜਦੋਂ ਉਹਨਾਂ ਗ੍ਰੰਥੀਆਂ, ਰਾਗੀਆਂ, ਪਾਠੀਆਂ ਦਾ ਕੰਮ ਬੰਦ ਹੋ ਗਿਆ, ਰੋਟੀ ਪਾਣੀ ਬੰਦ ਹੋ ਗਈ, ਉਹ ਜਾ ਕੇ ਕਿਤੇ ਹੋਰ ਕੰਮ ਕਰਨਗੇ, ਗੁਰਦੁਆਰਿਆਂ ਵਿੱਚ ਨਹੀਂ ਕਰਨਗੇ। ਜਦੋਂ ਗੁਰਦੁਆਰਿਆਂ 'ਚ ਸੇਵਾ, ਪੂਜਾ ਪਾਠ, ਕੀਰਤਨ ਬੰਦ ਹੋ ਜਾਏਗਾ, ਪ੍ਰਚਾਰ ਬੰਦ ਹੋ ਜਾਏਗਾ। ਦੇਖੋ ਨਾ ਕਿੰਨੀ ਡੂੰਘੀ। ਉਹਨਾਂ ਨੇ ਕੀ ਕੀਤਾ, ਮੁਸਲਮਾਨਾਂ ਨੇ ਹਿੰਦੂਆਂ ਦੇ ਮੰਦਿਰਾਂ ਵਿੱਚ ਪੂਜਾ ਪਾਠ ਕਰਨ ਵਾਲਿਆਂ ਦੀ ਰੋਟੀ ਤੱਕ ਬੰਦ ਕਰਾ ਦਿੱਤੀ। ਪਠਨ ਸੁਨਨ ਤੇ ਸਭ ਮਤ ਨਟੀ। ਹੁਣ ਕੋਈ ਵੇਦ ਪੜ੍ਹਦਾ ਹੀ ਨਹੀਂ, ਕੋਈ ਸ਼ਾਸਤਰ ਪੜ੍ਹਦਾ ਹੀ ਨਹੀਂ। ਕਹਿੰਦੇ ਸ਼ਾਸਤਰ ਪੜ੍ਹ ਕੇ ਕੀ ਮਿਲਣਾ, ਵੇਦ ਪੜ੍ਹ ਕੇ ਕੀ ਮਿਲਣਾ। ਅੱਜ ਸਾਡੀ ਵੀ ਇਹੀ ਹਾਲਤ ਹੈ। ਕਿਸੇ ਸਿੱਖ ਬੱਚੇ ਨੂੰ ਕਹੀਏ ਆ ਜਾ ਗੁਰਬਾਣੀ ਦੀ ਸੰਥਿਆ ਕਰ ਲੈ, ਨਹੀਂ ਕਰਦਾ। ਅਤੇ ਦੂਜੇ ਪਾਸੇ ਭੱਜ ਕੇ ਜਦੋਂ ਨੌਕਰੀ ਮਿਲਣੀ ਦੂਜੀ ਪੜ੍ਹਾਈ ਕਰਕੇ ਤਾਂ ਉੱਥੇ ਤਾਂ $1.5 ਲੱਖ ਸਾਲ ਦਾ ਮਿਲਣਾ, ਅਤੇ ਗੁਰਦੁਆਰੇ ਦਾ ਪਾਠ ਕਰਕੇ ਕੀ ਮਿਲਣਾ। ਕੌਣ ਆਉਂਦਾ ਇੱਧਰ? ਗੱਲਾਂ ਅਸੀਂ ਕਰਦੇ ਹਾਂ ਖਾਲਿਸਤਾਨ ਦੀਆਂ, ਵੀ ਖਾਲਿਸਤਾਨ ਬਣਾਉਣਾ, ਅਤੇ ਖਾਲਿਸਤਾਨੀਓ ਕਦੀ ਸੋਚਿਆ ਤੁਸੀਂ ਬਈ ਖਾਲਸਾ ਨਾ ਰਿਹਾ ਅਤੇ ਖਾਲਿਸਤਾਨ ਕਿੱਥੇ ਬਣਾਓਗੇ? ਪਹਿਲਾਂ ਖਾਲਸੇ ਦਾ ਪ੍ਰਚਾਰ ਕਰੋ, ਬਾਣੀ ਪੜ੍ਹਾਓ, ਸਿੰਘ ਸਜਾਓ, ਸਿੰਘਾਂ ਵਾਲੀ ਬੋਲੀ, ਸਿੰਘਾਂ ਵਾਲਾ ਪਹਿਰਾਵਾ, ਸਿੰਘਾਂ ਵਾਲੀ ਗੱਲ ਤੁਹਾਡੇ ਕੋਲ ਹੋਵੇਗੀ, ਫੇਰ ਖਾਲਸਾ। ਅਤੇ ਨਾ ਮੂੰਹ 'ਤੇ ਦਾੜੀ, ਨਾ ਮੁੱਛ, ਨਾ ਬਾਣੀ, ਨਾ ਬਾਣਾ, ਨਾ ਕੱਖ ਵੀ ਪੱਲੇ ਨਹੀਂ, ਅਤੇ ਨਾਅਰੇ ਮਾਰ ਵੱਡੇ ਵੱਡੇ ਅਸੀਂ ਸਮਾਨ ਗੁੰਜਾਈ ਜਾਂਦੇ ਹਾਂ। ਖਾਲਸਾ ਜੀ, ਉਸ ਔਰੰਗਜ਼ੇਬ ਨੇ ਨੀਤੀ ਬਣਾਈ ਸੀ, ਅੱਜ ਉਹੀ ਨੀਤੀ ਤੁਹਾਡੇ 'ਤੇ ਲਾਗੂ ਹੋ ਰਹੀ ਹੈ। ਸੰਭਲ ਜਾਓ। ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ, ਗੁਰੂ ਕੇ ਬਚਨ, ਉਹ ਪੜ੍ਹਨ ਪੜ੍ਹਾਉਣ ਦਾ ਕੰਮ ਬੰਦ ਹੋ ਗਿਆ, ਬਿਲਕੁਲ ਹੀ ਖਤਮ ਹੋ ਗਿਆ। ਔਰੰਗਜ਼ੇਬ ਨੇ ਕਹਿੰਦੇ ਹਿੰਦੂਆਂ ਦੇ ਧਰਮ ਗ੍ਰੰਥ ਪੜ੍ਹਨ ਵਾਲਿਆਂ ਨੂੰ ਇੰਨਾ ਤੰਗ ਕੀਤਾ ਵੀ ਉਹ ਤਾਂ ਵਿਚਾਰੇ ਲੁੱਕ ਕੇ ਪੜ੍ਹਦੇ ਸੀਗੇ ਮਾੜੇ ਮੋਟੇ। ਹਾਂਜੀ, ਪੜ੍ਹੈ ਪਾਰਸੀ ਹਿੰਦ ਜੋਏ। ਹਿੰਦੂ ਸਾਰੇ ਸੰਸਕ੍ਰਿਤ ਪੜ੍ਹਨੀ ਛੱਡ ਕੇ ਫਾਰਸੀ ਪੜ੍ਹਨ ਲੱਗ ਪਏ। ਜਿਵੇਂ ਅੱਜ ਕੱਲ੍ਹ ਪੰਜਾਬੀ ਪੜ੍ਹਨੀ ਛੱਡ ਕੇ ਅੰਗਰੇਜ਼ੀ। ਸਾਨੂੰ ਉਹ ਕਹਿੰਦੇ ਜੀ ਉਹ ਪੰਜਾਬੀ ਪੜ੍ਹ ਕੇ ਕੀ ਬਣ, ਅੰਗਰੇਜ਼ੀ ਪੜ੍ਹਾਓ ਨਿਆਣਿਆਂ ਨੂੰ ਕਹਿੰਦੇ। ਕਿਉਂ? ਪੈਸੇ ਦਾ ਲਾਲਚ। ਰੋਟੀ ਦਾ ਮਸਲਾ ਹੈ ਸਾਰੀ ਜਗ੍ਹਾ 'ਤੇ ਹੈ। ਇਹ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਰੋਟੀ ਨਹੀਂ ਖਾਣੀ, ਰੋਟੀ ਹਿੰਦੂ ਸਭ ਨੇ ਖਾਣੀ ਹੈ, ਪਰ ਰੋਟੀ ਦੇ ਨਾਲ ਨਾਲ ਆਪਣਾ ਧਰਮ, ਆਪਣਾ ਕਲਚਰ, ਆਪਣੀ ਬੋਲੀ, ਆਪਣਾ ਪਹਿਰਾਵਾ ਵੀ ਜਿੰਦਾ ਰੱਖਣਾ ਚਾਹੀਦਾ। ਕਹਿੰਦੇ ਉਹਨਾਂ ਨੇ, ਤੁਰਕਾਂ ਨੇ ਕੀ ਕੀਤਾ, ਕਹਿੰਦੇ ਜਿਹੜਾ ਫਾਰਸੀ ਪੜ੍ਹੇਗਾ ਉਹਨੂੰ ਨੌਕਰੀ ਮਿਲੇਗੀ। ਹਾਂਜੀ, ਅਧਿਕ ਜੀਵਕਾ ਪ੍ਰਾਪਤ ਹੋਏ। ਤੋ ਖਾਲਸਾ ਜੀ, ਜੀਵਕਾ ਰੋਜੀ ਰੋਟੀ ਜਿਹੜੀ ਹੈ ਉਹ ਪ੍ਰਾਪਤ ਕਿੱਥੋਂ ਹੁੰਦੀ? ਜਿਹੜਾ ਫਾਰਸੀ ਪੜ੍ਹਦਾ, ਜਿਹੜਾ ਕਲਮਾ ਪੜ੍ਹ ਲਵੇ ਉਹਨੂੰ ਤਾਂ ਵੱਡਾ ਅਹੁਦਾ ਦਿੰਦੇ ਸੀ, ਅਫਸਰ ਬਣਾ ਦਿੰਦੇ ਸੀ ਉਹਨੂੰ। ਅਤੇ ਜਿਹੜਾ ਕੋਈ ਵੇਦ ਸ਼ਾਸਤਰ ਪੜ੍ਹੇ ਉਹਨੂੰ ਵਿਚਾਰੇ ਨੂੰ ਖਾਣ ਨੂੰ ਰੋਟੀ ਨਹੀਂ ਸੀ ਹੁੰਦੀ। ਹਾਂਜੀ, ਇਸ ਤਰ੍ਹਾਂ ਹਿੰਦੂਆਂ ਨੇ ਵੇਖਿਆ ਵੀ ਸਾਡੇ ਕੋਲ ਤਾਂ ਰਿਹਾ ਕੱਖ ਨਹੀਂ, ਅਸੀਂ ਤਾਂ ਭੁੱਖੇ ਮਰ ਜਾਵਾਂਗੇ। ਲੱਗੇ ਪਾਰਸੀ ਪੜ੍ਹਵੇ ਕਨੀ। ਉਹ ਨੌਕਰੀਆਂ ਲੈਣ ਲਈ ਫਾਰਸੀ ਪੜ੍ਹਨ ਲੱਗ ਪਏ। ਹਿੰਦੂ ਆਪਣੇ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਣ ਦੀ ਥਾਂ 'ਤੇ ਫਾਰਸੀ ਪੜ੍ਹਾਉਂਦੇ ਹਨ। ਅਤੇ ਹਿੰਦੂ ਜਦੋਂ ਇੱਕ ਦੂਜੇ ਨੂੰ ਮਿਲਦੇ ਨਾ, ਸਕੂਲ 'ਚ ਜਾਂਦੇ ਪੜ੍ਹਨ, ਬੱਚਾ ਹੁਣ 5 ਸਾਲ ਦਾ ਬੱਚਾ ਸਕੂਲ 'ਚ ਜਾਂਦਾ, ਹਿੰਦੂ ਦਾ ਵੀ ਜਾਂਦਾ, ਮੁਸਲਮਾਨ ਦਾ ਵੀ ਜਾਂਦਾ। ਉੱਥੇ ਜਾ ਕੇ ਸਕੂਲ ਦੇ ਟੀਚਰ ਨੂੰ ਨਮਸਤੇ ਨਹੀਂ ਕਹਿ ਸਕਦਾ, ਸਲਾਮਾ ਅਲੈਕਮ ਕਹਿੰਦਾ। ਸਲਾਮਾ ਅਲੈਕਮ, ਵਾਲੇਕਮ ਸਲਾਮ। ਉਹ ਜਿਹੜੀ ਚੀਜ਼ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਸਿਖਾਤੀ, ਉਹ ਸਾਰੀ ਉਮਰ ਉਹਨੇ ਉਹੀ ਬੋਲਣੀ ਹੈ। ਹੁਣ ਹਿੰਦੂਆਂ ਦੇ ਬੱਚੇ ਵੀ ਸਲਾਮਾ ਅਲੈਕਮ ਬੋਲਣ ਲੱਗ ਪਏ। ਬੈਠ ਮਸੀਤੇ ਸਬਕ ਪਕਾਵੇ। ਅਤੇ ਹਿੰਦੂਆਂ ਦੇ ਬੱਚੇ ਮਸੀਤੇ ਬਹਿ ਕੇ ਕੁਰਾਨ ਦੀਆਂ ਆਇਤਾਂ ਯਾਦ ਕਰਦੇ ਨੇ, ਗੀਤਾ ਨਹੀਂ ਪੜ੍ਹਦੇ। ਰਾਮ ਰਾਮ ਅਰ ਬੰਦਨ ਕਰਨੀ। ਰਾਮ ਰਾਮ ਕਰਨੀ, ਆਪਣੇ ਬਜ਼ੁਰਗਾਂ ਨੂੰ ਮੱਥਾ ਟੇਕਣਾ, ਪੈਰੀਂ ਹੱਥ ਲਾਉਣਾ, ਬਾਪੂ ਜੀ ਮੈਂ ਮੱਥਾ ਟੇਕਣਾ, ਇਹ ਨਹੀਂ ਕਹਿੰਦੇ, ਬਲਕਿ ਉਹਨੂੰ ਕਹਿੰਦੇ ਆ ਸਲਾਮਾ ਅਲੈਕਮ, ਵਾਲੇਕਮ ਸਲਾਮ। ਜਿਵੇਂ ਅੱਜ ਕੱਲ੍ਹ ਦੇ ਬੱਚੇ ਫਤਿਹ ਨਹੀਂ ਬੁਲਾਉਂਦੇ, ਓਕੇ ਬਾਏ, ਇੱਥੇ ਆ ਗਏ ਸਾਰੇ। ਸਾਡੇ ਵੀ ਇਹੀ ਹੈ, ਆਪਾਂ ਵੀ ਦੇਖੀਏ ਹੁਣ ਕੀ ਹੈ, ਸਾਡਾ ਕੀ ਹਾਲ ਹੈ। ਕਿਸੇ ਬੱਚੇ ਨੂੰ ਕਹੋ ਫਤਿਹ ਬੁਲਾਓ, ਬੜੀ ਔਖੀ ਮੂੰਹ ਤੋਂ ਨਿਕਲਦੀ ਹੈ, ਬੜਾ ਔਖਾ ਜਿਹਾ ਹੋ ਕੇ। ਕਈ ਵਾਰੀ ਮੈਂ ਦੇਖਿਆ ਆਨੰਦ ਕਾਰਜ ਵਾਲੇ ਬੱਚੇ ਆਉਂਦੇ ਨਾ ਇੱਥੇ ਗੁਰਦੁਆਰੇ ਸਾਹਿਬ 'ਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੁੰਡੇ ਕੁੜੀ ਬਹਿ ਨਹੀਂ ਸਕਦੇ। ਉਹਨਾਂ ਨੂੰ ਬੜਾ ਔਖਾ ਹੁੰਦਾ ਵੀ ਚੌਂਕੜਾ ਮਾਰ ਕੇ 15-20 ਮਿੰਟ ਆਨੰਦ ਕਾਰਜ ਦੇ ਬਹਿਣਾ ਔਖਾ ਹੋ ਜਾਂਦਾ। ਬੈਠਣਾ ਸਿਖਾਇਆ ਹੀ ਨਹੀਂ ਕਿਸੇ ਨੇ। ਕਦੀ ਗੁਰਦੁਆਰੇ ਲਿਆਂਦਾ ਹੋਵੇ, ਬੱਚੇ ਨੂੰ ਬਿਠਾਇਆ ਹੋਵੇ, ਬੇਟਾ ਇੱਦਾਂ ਬੈਠੀ ਦਾ, ਇੱਦਾਂ ਬਹਿ ਕੇ ਬਾਣੀ ਸੁਣੀ, ਉਹ ਦੱਸਿਆ ਹੀ ਨਹੀਂ। ਉਹ ਕਦੀ ਐਂ ਕਰਦੇ ਆ, ਕਦੀ ਐਵੇਂ ਕਰਦੇ ਆ, ਅਤੇ ਵਿਚਾਰੇ ਬੜਾ ਹਾਸੋਹੀਣਾ ਜਿਹਾ ਬਣਿਆ ਹੁੰਦਾ ਮਾਹੌਲ ਕਈਆਂ ਦਾ।
ਚਲੋ ਕਈ ਚੰਗੇ ਵੀ ਨੇ ਜਿਹੜਿਆਂ ਨੂੰ ਸਿਖਾਇਆ ਹੁੰਦਾ, ਪਰ ਜ਼ਿਆਦਾਤਰ ਕੰਮ ਵਿਗੜਦਾ ਹੀ ਜਾ ਰਿਹਾ। ਉਹ ਹੁਣ ਜਿਹੜੇ ਮਸੀਤੇ 'ਚ ਬਹਿ ਕੇ ਉੱਥੇ ਬੋਲਦੇ ਆ, ਉਹੀ ਫਿਰ ਉਹ ਘਰਾਂ 'ਚ ਵੀ ਬੋਲਦੇ ਆ, ਉਹੀ ਫਿਰ ਸਮਾਜ ਵਿੱਚ। ਔਰੰਗਜ਼ੇਬ ਨੇ ਐਸੀ ਨੀਤੀ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ, ਸਾਰੇ ਸਲਾਮਾਂ ਅਲੈਕਮ ਕਰਦੇ ਆ। ਸਭਨ ਪਰਸਪਰ ਕੀਨ ਸਹਰਨੀ, ਕਹਿੰਦੇ ਸਾਰੇ ਪਾਸੇ ਪਰਸਪਰ ਆਪਸ ਵਿੱਚ ਰਾਮ ਰਾਮ ਕਰਨੀ ਬੰਦ ਹੋ ਗਈ, ਨਮਸਤੇ ਕਰਨੀ ਬੰਦ ਹੋ ਗਈ। ਮਾਤਾ ਜੀ ਮੈਂ ਮੱਥਾ ਟੇਕਣਾ, ਬਾਪੂ ਜੀ ਪੈਰੀਂ ਹੱਥ ਲਾਉਣਾ, ਇਹ ਨਹੀਂ ਕੋਈ ਕਹਿੰਦਾ, ਬਲਕਿ ਮਾਂ ਨੂੰ ਕਹਿੰਦੇ ਅੰਮਾ ਅਤੇ ਬਾਪੂ ਨੂੰ ਕਹਿੰਦੇ ਅੱਬਾ ਜਾਨ, ਅੰਮੀ ਜਾਨ। ਬੋਲੀ ਬਦਲ ਗਈ। ਹੁਣ ਦੇਖ ਲਓ, ਆਪਣੇ ਹੁੰਦੇ ਸੀ ਕਿੰਨੇ ਰਿਸ਼ਤੇ, ਮਾਸੀ ਜੀ, ਮਾਸੜ ਜੀ, ਭੂਆ ਜੀ, ਫੁੱਫੜ ਜੀ, ਤਾਇਆ ਜੀ, ਤਾਈ ਜੀ, ਚਾਚਾ ਜੀ, ਚਾਚੀ ਜੀ, ਮਾਮੀ ਜੀ, ਮਾਮਾ ਜੀ, ਨਾਨੀ ਜੀ, ਨਾਨਾ ਜੀ, ਸਾਰੇ ਅੰਕਲ ਅਤੇ ਆਂਟੀ ਜੀ ਇਕੱਠੇ ਕਰਕੇ ਰੱਖਦੇ। ਅੰਕਲ ਜੀ, ਆਂਟੀ ਜੀ। ਹੁਣ ਉਹਨੂੰ ਇਹ ਚਾਚੇ ਦਾ ਪੁੱਤ ਹੈ, ਇਹ ਭੂਆ ਦਾ ਪੁੱਤ ਹੈ, ਸਭ ਕਜ਼ਨ ਹੀ ਹੈ। ਹੋਰ ਤਾਂ ਨਹੀਂ ਕੋਈ ਪਤਾ ਰਹਿ ਗਿਆ ਕਿ ਦੱਸੋ ਕਿਸੇ ਨੂੰ, ਬੱਚਿਆਂ ਨੂੰ 100 ਤੱਕ ਗਿਣਤੀ ਨਹੀਂ ਆਉਂਦੀ। ਜੇ 55 56 ਨਹੀਂ ਜੀ 56 ਕਹੋਗੇ ਤਾਂ ਸਮਝ ਆਏਗੀ। ਮਹਾਰਾਜ ਬਾਣੀ 'ਚ ਲਿਖਦੇ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਘਰ ਘਰ ਮੀਆਂ, ਘਰ ਘਰ 'ਚ ਮੀਆਂ ਜੀ ਹੋਣ ਲੱਗ ਪਈ, ਸਭਨਾ ਜੀਆਂ, ਸਾਰਿਆਂ ਵਿੱਚ ਹੀ ਇੱਦਾਂ ਹੋ ਗਿਆ। ਬੋਲੀ ਅਵਰ ਤੁਮਾਰੀ, ਬੋਲੀ ਬਦਲ ਗਈ, ਸਭ ਪਹਿਰਾਵਾ ਬਦਲ ਗਿਆ, ਖਾਣਾ ਪੀਣਾ ਬੋਲਣਾ ਸਭ ਕੁਛ ਬਦਲ ਦਿੱਤਾ ਔਰੰਗਜ਼ੇਬ ਨੇ। ਅਤੇ ਫਿਰ ਜੋ ਹਾਲਤ ਹਿੰਦੂਆਂ ਦੀ ਹੋਈ ਸੀ, ਉਹ ਕਵੀ ਜੀ ਲਿਖ ਰਹੇ ਹਨ। ਹਾਂਜੀ, ਮਿਲਤ ਸਲਾਮ ਕਰੈ ਸਭ ਕੋਏ, ਕਹਿੰਦੇ ਸਾਰੇ ਮਿਲ ਕੇ ਸਲਾਮਾਂ ਅਲੈਕਮ ਬੋਲਦੇ ਨੇ। ਸ਼ਾਸਤਰ ਵਿਦਿਆ ਨਿੰਦਿਆ ਸੋਏ, ਜੇ ਕੋਈ ਸ਼ਾਸਤਰ ਵੇਦ ਪੜ੍ਹਦਾ ਉਹਦੀ ਨਿੰਦਾ ਕਰਦੇ। ਅੱਜ ਜਿਵੇਂ ਸਾਡੇ ਵਿੱਚ ਵੀ ਨਾ ਸਿਖਾਇਆ ਜਾ ਰਿਹਾ ਵੀ ਕੋਈ ਸਿੱਖਾਂ ਦਾ ਗ੍ਰੰਥ ਨਹੀਂ ਰਹਿਣ ਦੇਣਾ। ਗੁਰੂ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਬਾਣੀ ਦੀ ਨਿੰਦਾ ਕਰੋ, ਭਾਈ ਸੰਤੋਖ ਸਿੰਘ ਜੀ ਦੇ ਗ੍ਰੰਥ ਦੀ ਨਿੰਦਾ ਕਰੋ, ਕਥਾ ਬੰਦ ਕਰਾ ਦਿਓ ਕਹਿੰਦੇ ਸੂਰਜ ਪ੍ਰਕਾਸ਼ ਦੀ। ਅਤੇ ਮੈਂ ਕਿਹਾ ਵੀ ਕਿਹਦੀ ਕਥਾ ਕਰੀ? ਕਹਿੰਦੇ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਕਰੋ। ਮੈਂ ਕਿਹਾ ਕਰ ਦਿਆਂਗਾ, ਅਸੀਂ ਤਾਂ ਰੋਜ਼ ਸਵੇਰੇ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਸੁਣਨ ਕੋਈ ਨਹੀਂ ਆਉਂਦਾ, ਸਵੇਰੇ ਇਕੱਲੇ ਹੀ ਹੁੰਦੇ ਹਾਂ ਇੱਥੇ। ਜਿਹੜੇ ਕਹਿੰਦੇ ਵੀ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਕਰੋ, ਉਹ ਵੀ ਨਹੀਂ ਆਉਂਦੇ। ਅਸੀਂ ਸ਼ਾਮ ਨੂੰ ਵੀ ਕਰ ਦਿਆਂਗੇ, ਆ ਜਾਣ ਸੁਣ ਲੈਣ, ਆਉਂਦੇ ਨਹੀਂ ਸੁਣਨ। ਅਤੇ ਮੈਂ ਕਿਹਾ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਓਗੇ, ਸਾਹਿਬਜ਼ਾਦਿਆਂ ਦੀ ਸਾਖੀ ਸੁਣਾਉਣੀ ਕਿ ਨਹੀਂ ਸੁਣਾਉਣੀ? ਚੁੱਪ ਕਰਕੇ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਕੋਈ ਨਹੀਂ, ਉਹ ਤਾਂ ਸੂਰਜ ਪ੍ਰਕਾਸ਼ 'ਚੋਂ ਹੀ ਸੁਣਾਉਣੀ ਪੈਣੀ ਹੈ। ਸ਼ਹੀਦਾਂ ਸਿੰਘਾਂ ਦਾ ਇਤਿਹਾਸ ਕਿੱਥੋਂ ਸੁਣਾਓਗੇ? ਪੰਥ ਪ੍ਰਕਾਸ਼ 'ਚੋਂ ਸੁਣਾਓਗੇ ਜਾਂ ਗੁਰੂ ਪ੍ਰਤਾਪ ਸੂਰਜ? ਆਹ ਸਾਡੇ ਨਾਲ ਹੋ ਰਿਹਾ ਖਾਲਸਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਕਰੇ, ਕਿਰਪਾ ਕਰੇ, ਬਖਸ਼ਿਸ਼ ਕਰੇ, ਖਾਲਸਾ ਆਪਣੀ ਉਸ ਹਾਲਾਤ ਨੂੰ ਵੀ ਸਮਝੇ ਅਤੇ ਅੱਜ ਦੇ ਹਾਲਾਤ ਨੂੰ ਵੀ ਸਮਝੇ। ਪੰਥ ਦੀ ਤਾਂ ਹੀ ਚੜ੍ਹਦੀ ਕਲਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕਹੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰਿ ਨਾਨਕ ਸਾਚ ਬਖਾਨਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕਰਸੋਂ ਚਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਆ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ ਰਹਾ। ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵ ਹੈ, ਤਿਨ ਭਉ ਦੁਖ ਨਾਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰਾ, ਸੰਤ ਜਨਾਂ ਕੀ ਬਾਛੋ ਤੂਰ। ਕਹੋ ਨਾਨਕ ਪ੍ਰਭ ਲੋਚਾ ਪੂਰਾ, ਸੰਤ ਜਨਾਂ ਕੀ ਬਾਛੋ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ। ਨਾਨਕ ਪ੍ਰਭ ਵਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸ ਸਾਜਾ, ਪੂਰਨ ਹੋਈ ਆਸਾ। ਵਿਲਾਲ ਮਹੱਲਾ ਪੰਜਵਾਂ। ਤਾਤੀ ਵਾਹ ਨਾ ਲਾਗੀ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮ, ਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣ ਤੁਣਾਈ। ਰਾਮ ਨਾਮ ਆਖੋ ਦੀਐ, ਕਾਲ ਵਿਲਾਈ ਰਹਾ। ਰਾਖ ਲਿਏ ਤਿਨ ਰੱਖਣਾ, ਸੁਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭੈ ਸਹਾਈ ਸਲੋਕ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤਣਾ ਹੋਣਾ ਤੁਣਾ। ਛੁਟ ਹੈ ਨਿਕਟ ਨਾ ਜਾਈਏ ਦੂਤ। ਸ਼ਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤ ਉਚਿਤ ਬਣੀ, ਉਦਮ ਕਰੋ ਠਨੀਤ। ਹਰ ਕੀਰਤਨ ਕਾਹਰੂ, ਹਰ ਦੇਹੁ ਨਾਨਕ ਕੇ ਮੀਤ। ਸੋਹਿਲਾ ਰਾ ਗੌੜੀ ਦੀਪੀ। ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿ ਆਖੀਆਂ ਕਰਤਿਕਾ, ਵਿਚਾਰ ਤਿਤ ਕਰ ਗਾਵ। ਸੋਹਿਲਾ ਸਿਵਰਿ ਸਿਰਜਣਹਾਰੁ, ਤਮ ਗਾਵੋ ਮੇਰੇ ਨਿਰਭਉ ਕਾ। ਸੋਹਿਲਾ ਹਉ ਵਰਜਿ ਸੋਹਿਲ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਭ ਸਾਹਾ ਲਿਖਿਆ ਮਿਲ ਕਿਰਪਾ ਵਹੁ ਤੇਲ। ਦੇਵ ਸੱਜਣ ਸੀਸੜੀਆਂ, ਜਿਹੁ ਮਿਰ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ, ਨਿਤ ਪਵਨ ਸੱਦਣਹਾਰਾ। ਸਿਮਰਿਐ ਨਾਨਕ ਸੇ ਦਿਆ ਬਨ ਰਾਗਾਸਾ। ਮਹੱਲਾ ਪਹਿਲਾ। ਸ਼ਿਵ ਕਰ ਸ਼ਿਵ ਗੁਰ ਸ਼ਿਵ ਉਪਦੇਸ਼, ਗੁਰ ਗੁਰ ਇੱਕੋ ਵੀ ਸੁਨੀਕ ਬਾਬਾ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਹ ਉਡਾਈ ਤੋਇ ਰਹਾਉ। ਵਿਸੋਂ ਚਸੀਆਂ ਘੜੀਆਂ ਪਹਿਰਾਂ, ਥਿਤੀ ਵਾਰੀ ਮਾਹ ਹੋਆ। ਸੂਰਜ ਕੋ ਰੁਤ ਅਨੇਕ, ਨਾਨਕ ਕਰਤੇ ਕੇ ਕੀਤੇ ਬੇਸ। ਰਾਗ ਤਨਾਸੀ। ਮਹੱਲਾ ਪਹਿਲਾ। ਗਗਨ ਮੈਂ ਥਾਲ, ਰਾਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਬਰੂ, ਕਰੇ ਸਕਲ ਬੰਦਨਾਏ ਫੁਲੰਤ ਜੋਤੀ। ਕੈਸੀ ਆਰਤੀ ਹੋਈ ਪਵ ਖੰਡਾ, ਤੇਰੀ ਆਰਤੀ ਅਨਹਤਾ। ਸ਼ਬਦ ਭਜਨ ਤੇਰੀ ਰਹਾਉ। ਸਾਹਸ ਤਵ ਨੈਨ ਮਨ ਵੇਖ, ਸਹਿਸ ਮੂਰਤ ਇੱਕ ਤੋਹੀ। ਸਹਸ ਪਦ ਬਿਮਲ ਅਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ।
ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋੰਦਨ ਮੋਹਿਆ ਹੀ ਪਿਆਸਾ। ਕਿਰਪਾ ਚਲਤੇ ਨਾਨਕ ਸਾਰਿ ਕੋ ਜਾਤੇ ਤੇਰੇ ਨੈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰੂ ਪਾਇਆ ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰੰਡਾ ਉਤਪਨ ਵੱਡਾ ਹੈ ਰਹਾਉ। ਸਾਖਤ ਹਰ ਸਾਧ ਨਾ ਜਾਣਿਆ ਤੇਰੇ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁੱਭੇ ਦੁਖ ਪਾਵੈ ਜਿਉਂ ਕਾਲ ਸਹਿ ਡੰਡਾ ਹੈ। ਹਰ ਜਨ ਹਰ ਨਾਮ ਸਮਾਣੇ ਦੁਖ ਜਨ ਮਨ ਭਵ ਖੰਡਾ ਹੈ। ਅਵਿਨਾਸ਼ੀ ਪੁਰਖ ਪਾਇ ਪਰਮੇਸ਼ਰ ਵਸੋ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹਰ ਨਾਮੇ ਸੁਖ ਮੰਡਾ ਹੈ। ਰਾਗਾੜੀ ਪੂਰਵੀ ਮੱਲਾ ਪੰਜਵਾਂ। ਕਰੋ ਬਨੰਤੀ ਸੁਣੋ ਮੇਰੀ ਮੀਤਾ ਸਣ ਟਹਿਲ ਕੀ ਬੇਲਾ। ਇਹਾਂ ਖਾੜ ਚਲੋ ਹਰ ਲਾਹਾ ਗਵ ਸੁਨ ਸੁਹੇਲਾ। ਔਧ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲਖਾ ਸਵਾਰੀ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਇ ਪਿਆਵੇਂ ਰਸ ਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਵਿਹਾਜ ਹਰ ਗੁਰ ਤੇ ਮਨ ਵਸੇਰਾ। ਨਿਜ ਕਰ ਮਹਿਲ ਪਾਉ ਸੁਖ ਸਹਿਜੇ ਵਾਰ ਨਾਇ ਗੋ ਫੇਰਾ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ